ਫਤਿਹ। हर सोमवार सर हरजीत सिंह जी साढ़े नाल गुरमत फिलासफी के सबजैक्ट्स की विचार साझी करते हैं। पिछले हफ्ते आप जी ने गुरुद्वारा प्रबंध के बारे एक विषय आरंभ किया सी। उसे लड़ी दे विच उस सबजैक्ट नूं होर विस्तार सहित संगत नाल साझा करनगे। सो उन्होंने बेनती है कि अज की विचार आरंभ करन जी वीर हरजीत सिंह जी। वाहिगुरू जी का खालसा, वाहिगुरू जी की फतेह। एक ओंकार सतनाम करता पुरुष निर्भव निर्वैर अकाल मूरत अजूनी एवं गुर प्रसाद। वाहिगुरू जी का खालसा, वाहिगुरू जी की फतेह। परम सन्मानयोग ਅੱਜ ਦੀ ਗੁਰਮਤ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ, ਪਿਛਲੇ ਹਫਤੇ ਅਸੀਂ ਗੁਰਦੁਆਰੇ ਸਰਲੇਖ ਦਾ ਵਿਸ਼ਾ ਆਰੰਭ ਕੀਤਾ ਸੀ। ਗੁਰਦੁਆਰੇ ਸਿੱਖ ਧਰਮ ਵਿੱਚ ਬੜੀ ਮਹਾਨਤਾ ਰੱਖਦੇ ਹਨ। ਇਹ ਗੁਰੂ ਜੀ ਦੀ ਸਿੱਖਿਆ ਦੇ ਕੇਂਦਰ ਸੋਮੇ ਹਨ, ਸਾਡੇ ਪੂਜਾ ਪਾਠ ਦੇ ਸਥਾਨ ਹਨ। ਧਾਰਮਿਕ ਸਿੱਖਿਆ, ਧਾਰਮਿਕ ਜੀਵਨ ਦੇ ਕੇਂਦਰ, ਵੇ ਆਫ ਲਾਈਫ, ਸਮਾਜ ਸੇਵਾ, ਸਾਂਝੀਆਂ ਪੰਥਕ ਵਿਚਾਰਾਂ, ਸਮਾਜਿਕ ਸੋਸ਼ਲ ਲਾਈਫ ਦੇ ਸਿਖਲਾਈ ਦੇ ਕੇਂਦਰ, ਇਹ ਇੱਕ ਅਹਿਮ ਰੋਲ ਪਲੇ ਕਰਦੇ ਹਨ ਇੱਕ ਸਿੱਖ ਦੀ ਲਾਈਫ ਦੇ ਵਿੱਚ। ਗੁਰਦੁਆਰਿਆਂ ਵਿੱਚ ਕੇਵਲ ਸਿੱਖ ਹੀ ਨਹੀਂ, ਹਰ ਧਰਮ ਦਾ, ਹਰ ਸ਼੍ਰੇਣੀ ਦਾ, ਹਰ ਜਾਤ ਦਾ, ਹਰ ਬਰਾਦਰੀ ਦਾ ਵਿਅਕਤੀ ਇਕੱਠਾ ਹੋ ਸਕਦਾ ਹੈ, ਕਿਉਂਕਿ ਸੰਗਤ ਵਿੱਚ ਬਹਿਣ ਦੇ ਉੱਤੇ ਕਿਸੇ ਦੀ ਕੋਈ ਮਨਾਹੀ ਨਹੀਂ ਕੀਤੀ ਗਈ। ਔਰ ਕੋਈ ਵੀ ਵਿਅਕਤੀ ਇੱਥੋਂ ਜੀਵਨ ਦੀ ਰੋਸ਼ਨੀ ਲੈ ਸਕਦਾ ਹੈ। ਗੁਰਦੁਆਰੇ ਵਿੱਚ ਜਿਵੇਂ ਅਸੀਂ ਪਿਛਲੇ ਹਫ਼ਤੇ ਵਿਚਾਰ ਕੀਤੀ ਸੀ, ਗੁਰੂ ਕਾ ਲੰਗਰ, ਆਏ ਗਏ ਮੁਸਾਫਰ ਲਈ ਰੋਟੀ, ਇੱਕ ਪੰਗਤ, ਇੱਕ ਸੰਗਤ ਦਾ ਵਿਧਾਨ, ਫਿਰ ਹੱਥੀਂ ਸੇਵਾ ਕਰਨ ਦਾ ਇੱਕ ਨਮੂਨਾ, ਵਿਆਹ ਸ਼ਾਦੀਆਂ, ਮਰਨੇ ਪਰਨੇ ਦੇ ਸਮੇਂ ਗੁਰਦੁਆਰੇ ਵਿੱਚ ਸਾਡੀਆਂ ਇਕੱਤਰਤਾਵਾਂ, ਜਾਂ ਇਹ ਕਹਿ ਲਈਏ ਕਿ ਗੁਰਦੁਆਰੇ ਵਿਦਿਆਰਥੀਆਂ ਲਈ ਵਿਦਿਆ ਦਾ ਕੇਂਦਰ ਹਨ, ਅਧਿਆਤਮਿਕ ਖੋਜੀਆਂ ਲਈ ਬ੍ਰਹਮ ਗਿਆਨ ਦਾ ਸੋਮਾ ਹਨ, ਰੋਗੀਆਂ ਲਈ ਇਹ ਦੁਆ ਘਰ ਹਨ, ਭੁੱਖਿਆਂ ਦੇ ਲਈ ਇਹ ਲੰਗਰ ਦਾ ਸਥਾਨ ਹੈ, ਮੁਤਾਜਾਂ ਲਈ ਪਨਾਹ ਘਰ ਹੈ, ਆਏ ਗਏ ਲੰਘ ਰਹੇ ਯਾਤਰੀਆਂ ਲਈ ਵਿਸ਼ਰਾਮ ਸਥਾਨ ਹਨ। ਜਾਂ ਅਖੀਰ ਆਪਾਂ ਇਹੋ ਗੱਲ ਮੁਕਾ ਦਿੱਤੀ ਕਿ ਗੁਰਦੁਆਰੇ ਸਿੱਖੀ ਜੀਵਨ ਦੀ ਇੱਕ ਅਭਿਆਸਸ਼ਾਲਾ ਹਨ, ਪ੍ਰੈਕਟੀਕਲ ਲਾਈਫ ਜੀਵਨ ਦਾ ਇੱਕ ਢੰਗ ਹਨ, ਦੱਸਦੇ ਹਨ ਗੁਰਦੁਆਰੇ। ਇੱਥੋਂ ਹੀ ਗੁਰਸਿੱਖੀ ਦੇ ਅਸੂਲਾਂ ਦਾ, ਆਦਰਸ਼ਾਂ ਦਾ ਉਪਦੇਸ਼ ਮਿਲਦਾ ਹੈ। ਸਾਡੇ ਨਿੱਜੀ ਜੀਵਨ, ਸ਼ਖਸੀ ਰਹਿਣੀ, ਸੋਸ਼ਲ ਲਾਈਫ ਅਤੇ ਪੰਥਕ ਲਾਈਫ, ਤਿੰਨੇ ਜੀਵਨਾਂ ਦਾ ਇਹ ਕੇਂਦਰ ਗੁਰਦੁਆਰੇ ਹਨ। ਗੁਰਦੁਆਰੇ ਸਿੱਖ ਦੀ ਜਿੰਦ ਜਾਨ ਹਨ, ਸਿੱਖ ਦੀ ਰਹਿਤ ਦੇ, ਸਿੱਖ ਰਹਿਤ ਦੇ ਚਾਨਣ ਮੁਨਾਰੇ ਹਨ, ਇੱਕ ਅਭਿਆਸ ਖੇਤਰ ਹਨ। ਗੁਰਦੁਆਰੇ ਭਗਤੀ ਸ਼ਕਤੀ ਦੇ ਸੋਮੇ ਵੀ ਹਨ। ਇੱਥੇ ਭਗਤੀ ਤੇ ਸ਼ਕਤੀ ਗੁਰਦੁਆਰੇ ਅੰਦਰ ਸਾਨੂੰ ਸਿਖਾਈ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਅੱਗੇ ਗੱਲ ਗਏ ਸੀ, ਗੁਰਦੁਆਰਾ ਪ੍ਰਬੰਧ ਦੀ ਗੱਲ ਅਸੀਂ ਕੀਤੀ ਸੀ ਕਿ ਹੌਲੀ ਹੌਲੀ ਗੁਰਦੁਆਰਾ ਪ੍ਰਬੰਧ ਵਿੱਚ ਗੁਰੂ ਕਾਲ ਤੋਂ ਬਾਅਦ ਵਿਗਾੜ ਪੈਣਾ ਸ਼ੁਰੂ ਹੋਇਆ।
ਕਿਉਂਕਿ ਹਕੂਮਤਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ। ਤੋ ਦਰਬਾਰ ਸਾਹਿਬ ਦੇ ਵਿੱਚ ਤੇ ਅਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਦੇ ਉਦਾਸੀਆਂ ਦੇ ਕਬਜ਼ਿਆਂ ਦੇ ਵਿੱਚ ਸਨ, ਪਰ ਕਈ ਤਬਦੀਲੀਆਂ ਹੋਰ ਅਜੇ ਲੋੜ ਸਨ ਜਿਹੜੀਆਂ ਗੁਰਦੁਆਰਿਆਂ ਦੇ ਵਿੱਚ ਕਰਨ ਦੀ ਲੋੜ ਸੀ। ਗੁਰਦੁਆਰਾ ਪ੍ਰਬੰਧ ਦੇ ਵਿੱਚ ਵਿਗਾੜ ਨੇ ਸਿੱਖਾਂ ਦੇ ਅੰਦਰ ਇੱਕ ਜਾਗਰਤੀ ਪੈਦਾ ਕੀਤੀ, ਕਿਉਂਕਿ ਸਹਿਜੇ ਗੁਰਦੁਆਰੇ ਗੁਰੂ ਉਪਦੇਸ਼ ਦੇ ਸੋਮੇ ਹੋਣ ਦੀ ਥਾਂ ਤੇ ਗੁਰਮਤਿ ਕ੍ਰਿਤੀਆਂ ਤੇ ਇੱਕ ਸਾਊ ਪੁਨਰ ਦੇ ਵਿਰੁੱਧ ਖਰਾਬੀਆਂ ਦੇ ਅੱਡੇ ਬਣ ਗਏ ਸਨ। ਨੇਮੀ ਪ੍ਰੇਮੀ ਪਿਆਰ ਵਾਲੇ ਗੁਰੂ ਕੇ ਸਿੱਖ ਇਹਨੂੰ ਵੇਖ ਕੇ ਤੜਫਦੇ ਸਨ, ਪਰ ਕਰ ਕੁਝ ਨਹੀਂ ਸੀ ਸਕਦੇ, ਕਿਉਂਕਿ ਸਰਕਾਰਾਂ ਦਾ ਹੱਥ ਉਹਨਾਂ ਦੇ ਮਗਰ ਸੀ। ਉਦਾਸੀਆਂ ਦੇ ਉੱਤੇ, ਨਿਰਮਲਿਆ ਸੰਪਰਦਾਇਆਂ ਦੇ ਮਹੰਤਾਂ ਦੇ ਉੱਤੇ ਸਰਕਾਰ ਦਾ ਇੱਕ ਬੜਾ ਵੱਡਾ ਹੱਥ ਸੀ। ਪਰ ਜਿਵੇਂ ਜਿਵੇਂ ਸਮੇਂ ਮਤਲਬ ਕਈ ਵਾਰੀ ਚੇਂਜ ਆਉਂਦੀ ਹੈ, ਸਮਾਂ ਬਦਲਦਾ ਹੈ। ਕੋਈ ਕੌਣ ਕਹਿੰਦਾ ਸੀ ਅੱਜ ਦੇ ਹਾਲਾਤ ਨੂੰ ਦੇਖਦਿਆਂ ਕਿ ਕਿਸਾਨ ਅੰਦੋਲਨ ਕਾਨੂੰਨ ਵਾਪਸ ਹੋ ਜਾਣਗੇ, ਪਰ ਸਮਾਂ ਜਦੋਂ ਗੇੜ ਖਾਂਦਾ ਹੈ ਵੱਡੇ ਵੱਡੇ ਲਾਡੂ ਖਾਂ ਵੀ ਚੁੱਕ ਜਾਂਦੇ ਹਨ। ਦੇਸ਼ ਵਿੱਚ ਤੇ ਖਾਸ ਕਰਕੇ ਕੌਮ ਦੇ ਵਿੱਚ ਜਾਗਰਤੀ ਆਉਣ ਲੱਗ ਪਈ। ਕਈ ਧਰਮਾਂ ਦੇ ਲੋਕਾਂ ਨੇ ਧਰਮ ਤੇ ਸਮਾਜ ਸੁਧਾਰ ਵਾਸਤੇ ਜਥੇਬੰਦੀਆਂ ਕਾਇਮ ਕੀਤੀਆਂ। ਸਿੱਖਾਂ ਨੇ ਵੀ ਖਲੂਣਾ ਖਾਧਾ, ਇਹਨਾਂ ਦੇ ਅੰਦਰ ਵੀ ਜਾਗੇ। ਇਹਨਾਂ ਨੇ ਸਿੰਘ ਸਭਾਵਾਂ ਤੇ ਮਗਰੋਂ ਖਾਲਸਾ ਦੀਵਾਨ ਬਣਾ ਕੇ ਕਾਇਮ ਕਰਕੇ ਆਪਣੇ ਧਰਮ ਦੇ ਸਮਾਜ ਦਾ ਸੁਧਾਰ ਕਰਨਾ ਸ਼ੁਰੂ ਕੀਤਾ। ਅਖਬਾਰਾਂ ਦੇ ਛੋਟੇ ਛੋਟੇ ਟਰੈਕਟ ਤੇ ਅਖਬਾਰਾਂ ਛਾਪ ਕੇ ਇਹਨਾਂ ਦੇ ਜੋਸ਼ ਨੂੰ ਟੁੰਬਿਆ ਗਿਆ। ਸਾਰੀ ਕੌਮ ਹੌਲੀ ਹੌਲੀ ਸਾਵਧਾਨ ਹੋਈ ਤੇ ਸੁਧਾਰ ਦੇ ਲਈ ਤਿਆਰ ਹੋ ਗਈ ਵੀ ਆਈਆਂ ਹੋਈਆਂ ਇਹਨਾਂ ਕਮੀਆਂ ਨੂੰ, ਗੁਰਦੁਆਰਾ ਪ੍ਰਬੰਧ ਵਿੱਚ ਆਏ ਹੋਏ ਇਸ ਨਿਗਾਰ ਨੂੰ ਕਿਵੇਂ ਦੂਰ ਕੀਤਾ ਜਾਵੇ। ਸਿੰਘ ਸਭਾ ਲਹਿਰ ਨੇ ਜਦੋਂ 1872 ਦੇ ਕਰੀਬ ਜੋ ਸਿੱਖਾਂ ਅੰਦਰ ਨਵੀਂ ਜਾਗਰਤੀ ਲਿਆਉਣ ਲਈ ਇੱਕ ਲਹਿਰ ਨੇ ਨਵਾਂ ਆਪਣਾ ਰੋਲ ਪਲੇ ਕੀਤਾ। ਪੰਥ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਤੇ ਉਹਨਾਂ ਦੀ ਅੰਦਰਲੀ ਮਰਿਆਦਾ ਨੂੰ ਠੀਕ ਕਰਨ ਦੇ ਲਈ ਇਹ ਸਿੰਘ ਸਭਾ ਲਹਿਰ ਨੇ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ। ਗੁਰਦੁਆਰਿਆਂ ਦੇ ਮਹੰਤਾਂ ਤੇ ਪੁਜਾਰੀ ਇਸ ਲਹਿਰ ਦੇ ਖਿਲਾਫ ਵੀ ਡਟ ਗਏ। ਜਦੋਂ ਵੀ ਕੋਈ ਠੀਕ ਕੰਮ ਕਰਦਾ ਹੈ ਉਹਦੇ ਖਿਲਾਫ ਰੂੜੀਵਾਦੀ ਸੋਚ ਹਮੇਸ਼ਾ ਖੜੀ ਹੁੰਦੀ ਹੈ। ਉਹ ਸੋਚ ਜਿਹੜੀ ਸੋਚ ਕਦੀ ਵੀ ਕੌਮ ਨੂੰ ਚੜ੍ਹਦੀ ਕਲਾ 'ਚ ਨਹੀਂ ਦੇਖਣਾ ਚਾਹੁੰਦੀ, ਉਹ ਡਿੱਕੇ ਪਾਉਂਦੀ ਹੈ। ਕਿਉਂ ਗੱਲ ਹੈ ਵੀ ਕੁਦਰਤੀ ਸੀ। ਉਹਨਾਂ ਕੋਲ ਤਾਕਤ ਸੀ, ਉਹਨਾਂ ਕੋਲ ਸਰਕਾਰ ਸੀ। ਤਖਤਾਂ ਤੇ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਇਹ ਜਿਹੜੇ ਸਿੰਘ ਸਭਾਈਏ ਸਨ ਇਹਨਾਂ ਦੇ ਵਿਰੁੱਧ ਹੁਕਮਨਾਮੇ ਜਾਰੀ ਕੀਤੇ। ਇਹਨਾਂ 'ਚ ਗਿਆਨੀ ਗੁਰਮੁਖ ਸਿੰਘ ਜੀ ਦਾ ਨਾਮ ਵੀ ਆਉਂਦਾ ਹੈ। ਉਹਨਾਂ ਨੂੰ ਛੇਕ ਦਿੱਤਾ ਗਿਆ, ਜੋ 20ਵੀਂ ਸਦੀ ਅਖੀਰਲੇ ਸਾਲਾਂ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਹੁਕਮਨਾਮਾ ਵਾਪਸ ਹੋਇਆ। ਲਗਭਗ 120 ਸਾਲ ਦੇ ਕਰੀਬ ਬਾਅਦ ਦੇ ਵਿੱਚ ਗੱਲ ਜ਼ਿਕਰ ਆਉਂਦੀ ਹੈ, ਉਹ ਉਹਨਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ। ਤੋ ਇਹਨਾਂ ਨੇ ਜਿਹੜੇ ਪੁਜਾਰੀ ਸੀ, ਇਹਨਾਂ ਨੇ ਕੀ ਕੀਤਾ ਕਿ ਗੁਰਦੁਆਰਿਆਂ ਵਿੱਚ ਜਿਹੜੇ ਸਿੰਘ ਸਭਾ ਨਾਲ ਸੰਬੰਧਿਤ ਵਿਅਕਤੀ ਸਨ ਉਹਨਾਂ ਦੀ ਅਰਦਾਸ ਕਰਨੀ ਬੰਦ ਕਰ ਦਿੱਤੀ। ਕੜਾਹ ਪ੍ਰਸ਼ਾਦ ਦੇਣਾ ਬੰਦ ਕਰ ਦਿੱਤਾ। ਉਹਨਾਂ ਦਾ ਪ੍ਰਸ਼ਾਦ ਪ੍ਰਸਾਦ ਨਹੀਂ ਸੀ ਲੈਂਦੇ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਇਹਨਾਂ ਦੀ ਨਾ ਅਰਦਾਸ ਗੁਰਦੁਆਰੇ 'ਚ ਕੀਤੀ ਜਾਏਗੀ ਤੇ ਨਾ ਇਹਨਾਂ ਦਾ ਚੜਾਇਆ ਹੋਇਆ ਕੜਾਹ ਪ੍ਰਸ਼ਾਦ ਪ੍ਰਵਾਨ ਕੀਤਾ ਜਾਏਗਾ। ਪਰ ਇਹ ਲਹਿਰ ਦੇ ਜਿਹੜੇ ਆਗੂ ਸਨ ਇਹ ਬੜੇ ਤਗੜੇ ਸਨ। ਇਹਨਾਂ ਦੇ ਰਾਤੇ ਬੜੇ ਦ੍ਰਿੜ ਸਨ। ਜਿਵੇਂ ਇਹਨਾਂ ਦੇ ਪਾਬੰਦੀਆਂ ਲੱਗੀਆਂ ਇਹ ਹੋਰ ਤਕੜੇ ਹੋ ਗਏ ਔਰ ਆਪਣੇ ਸੁਧਾਰ ਦੇ ਪ੍ਰੋਗਰਾਮ ਤੋਂ ਇਹਨਾਂ ਨੇ ਮੂੰਹ ਨਹੀਂ ਮੋੜਿਆ। ਉਸ ਲਹਿਰ ਦੀ ਰਿਜ਼ਲਟ ਵਜੋਂ ਗੁਰਦੁਆਰਾ ਸੁਧਾਰ ਦਾ ਇੱਕ ਚੱਲੀ। ਇਸ ਸਾਰੀ ਦੇਣ ਸਿੰਘ ਸਭਾ ਲਹਿਰ ਦੀ ਹੈ। ਜਿਹੜੀ ਜਾਗਰਤੀ ਸਿੰਘ ਸਭਾ ਲਹਿਰ ਨੇ ਲਿਆਂਦੀ ਉਹਦੇ ਵਿੱਚੋਂ ਹੀ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ।
ਮੋਰਚੇ ਲੱਗੇ, ਸ਼ਹੀਦੀ ਸਾਕਿਆਂ ਵਿੱਚ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਤਾਂ ਕਿਤੇ ਜਾ ਕੇ ਗੁਰਦੁਆਰੇ ਪੰਥਕ ਪ੍ਰਬੰਧ ਹੇਠ ਆਏ। ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਫਿਰ ਗੁਰਦੁਆਰਾ ਕਾਨੂੰਨ ਬਣਿਆ। ਹਾਲਾਂਕਿ ਇਸ ਕਾਨੂੰਨ ਨੇ ਸਿੱਖਾਂ ਵਿੱਚ ਆਪੋ ਧਾਪੀ ਤੇ ਵੋਟ ਦੀ ਰਾਜਨੀਤੀ ਲਿਆ ਕੇ ਵਾੜ ਦਿੱਤੀ, ਜੋ ਕਿ ਬਹੁਤ ਹੀ ਅੱਜ ਘਾਤਕ ਸਿੱਧ ਹੋ ਰਹੀ ਹੈ। ਜਦੋਂ ਗੁਰਦੁਆਰਾ ਕਾਨੂੰਨ ਸ਼ੁਰੂ ਹੋਇਆ, ਸਹਿਜੇ ਸਹਿਜੇ ਇਤਿਹਾਸਕ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆਏ। ਭਾਵੇਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਮੈਂ ਉਹ ਮੋਰਚਿਆਂ ਦਾ ਜ਼ਿਕਰ ਇੱਥੇ ਨਹੀਂ ਕਰ ਰਿਹਾ, ਜਿਹੜੇ ਮੋਰਚਿਆਂ ਦੀ ਗੱਲ ਇਹ ਨਨਕਾਣਾ ਸਾਹਿਬ ਦਾ, ਗੁਰੂ ਕੇ ਬਾਗ ਦਾ, ਗੰਗਸਰ ਜੇਤੋ ਦਾ, ਪੰਜਾ ਸਾਹਿਬ ਦਾ, ਇਹ ਸਾਕੇ ਕਿੰਨੇ ਕੁ ਸਾਕੇ ਜਿਹੜੇ ਵਰਤੇ, ਉਹ ਮੈਂ ਇੱਥੇ ਜ਼ਿਕਰ ਨਹੀਂ ਕਰ ਰਿਹਾ, ਸਿਰਫ ਗੁਰਦੁਆਰਿਆਂ ਦੀ ਗੱਲ ਕਰ ਰਿਹਾ ਹਾਂ। ਜਦੋਂ ਜਿਵੇਂ ਸਿੰਘ ਸਭਾ ਲਹਿਰ ਨੇ ਕਦਮ ਅੱਗੇ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣ ਗਈ ਤਾਂ ਕੁਝ ਗੁਰਦੁਆਰੇ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਤੇ ਹੋਰ ਗੁਰਦੁਆਰੇ ਤਰਨ ਤਾਰਨ ਦੇ ਗੁਰਦੁਆਰੇ ਵੀ ਇਹ ਸਿੱਧੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਹੇਠ ਵਿੱਚ ਆ ਗਏ, ਉਹਨੇ ਪ੍ਰਬੰਧ ਥੱਲੇ ਆ ਗਏ। ਹੋਰਨਾਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਲੋਕਲ ਕਮੇਟੀਆਂ ਬਣਾ ਦਿੱਤੀਆਂ ਗਈਆਂ, ਉਹਨਾਂ ਦੀ ਵੀ ਫਿਰ ਚੋਣ ਹੋਣ ਲੱਗ ਪਈ। ਤਾਂ ਇਹ ਕੰਮ ਜਿਹੜਾ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਵਿੱਚ, ਨਿਗਰਾਨੀ ਵਿੱਚ ਹੋਣਾ ਸ਼ੁਰੂ ਹੋਇਆ। ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਚੁਣੇ ਹੋਏ ਬੰਦਿਆਂ ਦੇ ਹੱਥਾਂ ਵਿੱਚ ਸੀ। ਜਦੋਂ ਚੋਣ ਪ੍ਰਣਾਲੀ ਸ਼ੁਰੂ ਹੋਈ, ਪਹਿਲਾਂ ਤਾਂ ਇਸ ਪ੍ਰਬੰਧ ਦੇ ਵਿੱਚ ਕਾਫੀ ਗੁਰੂ ਕੇ ਪਿਆਰੇ ਜਿਹੜੇ ਸੀ ਅੱਗੇ ਆਏ। ਇਹ 5 ਸਾਲਾਂ ਬਾਅਦ ਦੀ ਚੋਣ ਹੁੰਦੀ ਸੀ, ਇਸ ਕਰਕੇ ਗੁਰਦੁਆਰਾ ਪ੍ਰਬੰਧ ਫਿਰ ਉਹਨੂੰ ਚੁਣੇ ਹੋਏ ਨੁਮਾਇੰਦਿਆਂ ਦੀ ਮਰਜ਼ੀ ਦੇ ਮੁਤਾਬਕ ਚੱਲਦਾ ਸੀ। ਜੇ ਪੰਥ ਇਹ ਗੱਲ ਮਹਿਸੂਸ ਕਰਦਾ ਕਿ ਪ੍ਰਬੰਧ ਮਰਜ਼ੀ ਮੁਤਾਬਕ ਨਹੀਂ ਚੱਲ ਰਿਹਾ, ਇਸ ਨੂੰ ਸੋਧਣ ਦਾ, ਠੀਕ ਲੀਆਂ ਉੱਤੇ ਤੋਰਨ ਦੀ ਸਮਰੱਥਾ ਵੀ ਰੱਖਦਾ ਸੀ। ਉਸ ਵੇਲੇ ਦੀ ਗੱਲ ਕਰ ਰਿਹਾ ਹਾਂ, 1925 ਤੋਂ ਬਾਅਦ ਦੀ ਜਿਹੜੇ ਹਾਲਾਤ ਨੇ ਉਦੋਂ ਜਿਹੜੇ ਬਣੇ ਸੀ। ਇਸ ਪ੍ਰਬੰਧ ਵਿੱਚ ਘਾਟੇ, ਊਣਤਾਈਆਂ ਤਾਂ ਹਨ ਹੀ, ਅਣਗਿਣਤ ਗੱਲਾਂ ਐਸੀਆਂ ਹਨ ਜਿਨ੍ਹਾਂ ਦੀ ਜ਼ਿੰਮੇਵਾਰੀ ਉਸ ਵੇਲੇ ਦੇ ਆਗੂਆਂ ਤੇ ਸਿਰ ਮੜ ਕੇ ਖਹਿੜਾ ਛਡਾ ਲੈਣਾ ਚੰਗੀ ਗੱਲ ਨਹੀਂ। ਉਹਨਾਂ ਵਿੱਚ ਸੁਧਾਰਨ ਦੀ ਲੋੜ ਜਿਹੜੀ ਹੈ ਉਹ ਅੱਜ ਹੈ। ਅੱਜ ਹਰੇਕ ਸਿੱਖ ਦਾ ਫਰਜ਼ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਠੀਕ ਗੁਰਮਤ ਦੇ ਰਾਹ ਉੱਤੇ, ਗੁਰਮਤ ਦੀ ਲੀਹ ਉੱਪਰ ਤੋਰੇ ਤੇ ਪੰਥਕ ਭਲਾਈ ਦੀ ਖਾਤਰ ਸਿੱਖ ਧਰਮ ਦੇ ਵਾਧੇ ਲਈ ਆਪਣੇ ਆਪ ਨੂੰ ਬਣਦਾ ਯੋਗਦਾਨ ਪਾਵੇ। ਇਹ ਹਰ ਸਿੱਖ ਦੀ ਡਿਊਟੀ ਹੈ। ਤਾਂ ਗੁਰਦੁਆਰਿਆਂ ਦੇ ਅੱਗੇ ਮਰਿਆਦਾ ਦੀ ਗੱਲ ਹੈ, ਗੁਰਦੁਆਰਿਆਂ 'ਚ ਕਿੱਦਾਂ ਦੀ ਮਰਿਆਦਾ ਹੋਣੀ ਚਾਹੀਦੀ ਹੈ, ਇਹਦੀ ਵਿਚਾਰ ਅਸੀਂ ਪਹਿਲਾਂ ਸਿੱਖ ਰਹਿਤ ਮਰਿਆਦਾ ਵਿੱਚ ਕਰ ਚੁੱਕੇ ਹਾਂ। ਹੁਣ ਅਸੀਂ ਦੇਖਦੇ ਹਾਂ ਕਿ ਮੌਜੂਦਾ ਗੁਰਦੁਆਰਾ ਪ੍ਰਬੰਧ ਵਿੱਚ ਤਰੁੱਟੀਆਂ ਕੀ ਹਨ, ਕਿਵੇਂ ਇਹਨਾਂ ਨੂੰ ਅਸੀਂ ਦੂਰ ਕਰਨ ਦਾ ਯਤਨ ਕਰ ਸਕਦੇ ਹਾਂ। ਭਾਈ ਗੁਰਦਾਸ ਜੀ ਨੇ ਗੁਰਦੁਆਰਿਆਂ ਨੂੰ ਸਿੱਖੀ ਪ੍ਰਚਾਰ ਦੇ ਸੋਮੇ ਕਹਿ ਕੇ ਲਿਖਿਆ ਹੈ। ਜੇ ਗੁਰਦੁਆਰਾ ਪ੍ਰਬੰਧਕਾਂ ਦੀਆਂ ਵੀਕਨੈਸਿਸ, ਕਮਜ਼ੋਰੀਆਂ ਦੇ ਨਾਲ ਗੁਰਦੁਆਰੇ ਧਰਮ ਪ੍ਰਚਾਰ ਦੀ ਥਾਂ ਤੇ ਮਾਇਆ ਦੇ ਚੌਧਰ ਦੇ ਅੱਡੇ ਬਣ ਜਾਣ, ਤਾਂ ਫਿਰ ਭਾਈ ਗੁਰਦਾਸ ਜੀ ਦਾ ਕਵਿਤ ਬੜਾ ਖੂਬਸੂਰਤ ਹੈ। ਉਹ ਪ੍ਰਬੰਧਕ ਸ਼੍ਰੇਣੀ ਨੂੰ ਵੀ ਤੇ ਸਿੱਖ ਸੰਗਤਾਂ ਨੂੰ ਵੀ ਉਹਦੇ ਤੋਂ ਪੜ੍ਹਨ ਤੇ ਅਮਲ ਕਰਨ ਦੀ ਲੋੜ ਹੈ। तो भाई गुरदास जी का जिहड़ा कवित है, बाहर की अगन बूझत जल सरता कै, नाव में जो अगन लागे कैसे कै बुझाई है। बाहर से भाग ऊड लीजियत कूट गढ़, गढ़ में जो लूट लीजिए कहो कत जाई है। चूरन को त्रास जाए शरण गहे नरेंद्र, मारे महीपत ज्यों कैसे कै बचाई है। माया डर डरपत हार गुरुद्वारे जावे, तां जो माया व्यापे कहाँ ठहराई। ये 544 नंबर कवित भाई गुरदास जी का जिहड़ा है, ये काफी सानू समझण लई, गुरुद्वारे दे महानता नू दस्सण दे लई काफी कुछ इहदे विच समोया है।
ਥੋੜੇ ਬਹੁਤੇ ਸੰਖੇਪ ਜੇ ਅਸੀਂ ਇਹਦੇ ਅਰਥ ਕਰ ਲਈਏ ਵੀ ਅੱਗ ਲੱਗ ਜਾਏ ਤੇ ਪਾਣੀ ਦੇ ਨਾਲ ਬੁਝਾ ਦਿੱਤੀ ਜਾਂਦੀ ਹੈ, ਪਰ ਜੇ ਬੀੜੀ ਵਿੱਚ ਹੀ ਅੱਗ ਲੱਗ ਜਾਏ ਤਾਂ ਫਿਰ ਦੱਸੋ ਕਿਵੇਂ ਬੁਝੇਗੀ। ਚੋਰਾਂ ਤੋਂ ਡਰਦਾ ਬੰਦਾ ਕਿਲੇ 'ਚ ਵੜ ਜਾਵੇ ਤੇ ਜੇ ਕਿਲੇ ਵਿੱਚ ਹੀ ਕੋਈ ਲੁੱਟ ਲਵੇ ਤੇ ਫਿਰ ਦੱਸੋ ਉਹਦਾ ਕੀ ਹਾਲ ਹੋਏਗਾ। ਤੇ ਜੇ ਮਾਇਆ ਤੋਂ ਡਰਦਾ ਹੋਇਆ ਬੰਦਾ ਗੁਰਦੁਆਰੇ ਚਲਾ ਜਾਂਦਾ ਵੀ ਅਸੀਂ ਜੀਵਨ ਦੀ ਜਾਂਚ ਸਿੱਖ ਲਈਏ, ਤੇ ਜੇ ਗੁਰਦੁਆਰੇ ਦੇ ਅੰਦਰ ਹੀ ਮਾਇਆ ਵਿਆਪ ਰਹੀ ਹੋਵੇ ਤਾਂ ਫਿਰ ਕੀ ਹਾਲਤ ਹੋਏਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਧਰਮ ਪ੍ਰਚਾਰ ਦੇ ਲਈ ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਆਪਣੇ ਪ੍ਰਚਾਰਕ ਦੌਰੇ ਕੀਤੇ। ਉਦੋਂ ਦੇ ਇਤਿਹਾਸ ਤੋਂ ਪੜ੍ਹਨ ਤੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰਦੇਵ ਪਾਤਸ਼ਾਹ ਜੀ ਨੇ ਪਿੰਡਾਂ ਵਿੱਚ, ਨਗਰਾਂ ਵਿੱਚ ਤੁਰਨ ਸਮੇਂ ਜਾਂ ਜਾਣ ਸਮੇਂ ਇਹ ਜ਼ਰੂਰੀ ਸਮਝਿਆ ਸੀ ਕਿ ਧਰਮ ਦੀ ਰੋਸ਼ਨੀ ਸਦਾ ਲਈ ਲੋਕਾਂ ਨੂੰ ਮਿਲਦੀ ਰਹੇ। ਜਿੱਥੇ ਵੀ ਜਾਂਦੇ ਇਹ ਗੱਲ ਪੱਕੀ ਸਤਿਗੁਰੂ ਜੀ ਨਿਸ਼ਚਿਤ ਕਰਦੇ ਕਿ ਇਹ ਧਰਮ ਦੀ ਰੋਸ਼ਨੀ ਜਿਹੜੀ ਸੀ ਇਹ ਜੀਵਨ ਜਾਂਚ ਹਮੇਸ਼ਾ ਲਈ ਮਿਲਦੀ ਰਹੇ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਇਸ ਆਸ਼ੇ ਦੀ ਪੂਰਤੀ ਲਈ, ਇਸ ਮੰਤਵ ਦੀ ਪੂਰਤੀ ਲਈ ਸੰਗਤਾਂ ਜਾਂ ਧਰਮਸ਼ਾਲਾਵਾਂ ਹਰ ਪਿੰਡ ਦੇ ਵਿੱਚ, ਨਗਰ ਵਿੱਚ, ਕਸੇ ਵਿੱਚ ਕਾਇਮ ਕੀਤੀ। ਇਹ ਗੱਲ ਅਸੀਂ ਮੰਨਦੇ ਹਾਂ, ਇਤਿਹਾਸ ਵੀ ਗੱਲ ਲਿਖਦਾ ਹੈ ਕਿ ਸਤਿਗੁਰੂ ਜੀ ਜਿੱਥੇ ਵੀ ਜਾਂਦੇ ਉੱਥੇ ਧਰਮਸ਼ਾਲਾ ਕੰਮ ਕਰਦੇ। ਉਹਨੂੰ ਗੁਰਦੁਆਰੇ ਵੀ ਬਾਅਦ ਵਿੱਚ ਕਹਿਣ ਲੱਗ ਪਏ ਜਾਂ ਸੰਗਤਾਂ ਵੀ ਕਿਹਾ ਜਾਂਦਾ ਸੀ। ਤਾਂ ਹਰ ਪਿੰਡ ਵਿੱਚ ਇਹ ਜਿਹੜੀਆਂ ਜਿੱਥੇ ਜਿੱਥੇ ਸਤਿਗੁਰੂ ਜਾਂਦੇ ਉੱਥੇ ਇਹਨੂੰ ਕਾਇਮ ਕੀਤਾ ਜਾਂਦਾ। ਸਤਿਗੁਰੂ ਨੇ ਗੁਰਮਤ ਦੀਆਂ ਸਾਰੀਆਂ ਸ਼ਕਤੀਆਂ ਦਾ ਸੋਮਾ ਜਿਹੜਾ ਸੀ ਉਹ ਸੰਗਤ ਅਤੇ ਗੁਰਬਾਣੀ ਨੂੰ ਦੱਸਿਆ। ਦੇਖੋ ਬੜੀ ਕਮਾਲ ਦੀ ਗੱਲ ਹੈ। ਇਹ ਵੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਸਿੱਧਾ ਨੇ ਸਵਾਲ ਕੀਤਾ ਸੀ ਵੀ ਬਾਬਾ ਇੱਥੇ ਕਿਵੇਂ ਚੜ ਗਏ? ਇਹ ਪਹਾੜਾਂ ਦੀਆਂ ਟੀਸੀਆਂ, ਸਮੀਰ ਪਰਬਤ ਵਰਗੇ ਪਹਾੜਾਂ ਤੇ ਆਮ ਬੰਦਾ ਚੜ ਨਹੀਂ ਸਕਦਾ, ਤੇਰੇ ਕੋਲ ਕਿਹੜੀ ਤਾਕਤ ਹੈ, ਕਿਹੜੀ ਕਰਾਮਾਤ ਹੈ? ਤਾਂ ਗੁਰੂ ਨਾਨਕ ਪਾਤਸ਼ਾਹ ਦਾ ਇੱਕੋ ਜਵਾਬ ਸੀ, ਗੁਰੂ ਸੰਗਤ ਤੇ ਸ਼ਬਦ ਤੋਂ ਬਿਨਾਂ ਮੇਰੇ ਕੋਲ ਹੋਰ ਕੋਈ ਤਾਕਤ ਨਹੀਂ ਹੈ, ਦੂਜੀ ਓਟ ਨਹੀਂ ਹੈ ਰਾਏ। ਕਿਹੜੀ? ਗੁਰੂ ਸੰਗਤ ਤੋਂ ਬਿਨਾਂ ਤੇ ਗੁਰੂ ਸ਼ਬਦ ਤੋਂ ਬਿਨਾਂ। ਤਾਂ ਸਤਿਗੁਰੂ ਜੀ ਨੇ ਗੁਰੂ ਸੰਗਤ ਭਾਵ ਸੰਗਤ ਅਤੇ ਗੁਰਬਾਣੀ ਇਹ ਸਾਰੀਆਂ ਸ਼ਕਤੀਆਂ ਦਾ ਸੋਮਾ ਇਹਨਾਂ ਨੂੰ ਦੱਸਿਆ ਹੈ ਗੁਰੂ ਨਾਨਕ ਦੇਵ ਮਹਾਰਾਜ। ਇਹ ਸਾਡੀ ਇੱਕ ਸਰਬ ਪ੍ਰਵਾਨਿਤ ਦੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਕਿਰਦਾਰ ਘੜਨ ਵਿੱਚ ਸਦਾ ਸੰਗਤ ਜਾਂ ਗੁਰਦੁਆਰਿਆਂ ਦੀ ਇੱਕ ਮਹਾਨ ਭੂਮਿਕਾ ਰਹੀ ਹੈ। ਸਿੱਖ ਕਿਰਦਾਰ ਜਿਹੜਾ ਹੈ ਉਹਦੇ ਚ ਘੜਿਆ ਜਾਂਦਾ ਹੈ। ਇਹ ਮੌਜੂਦਾ ਦੌਰ ਦੇ ਵਿੱਚ ਸਿੱਖਾਂ ਵਿੱਚ ਜੋ ਸਰਬਪੱਖੀ ਗਿਰਾਵਟਾਂ ਅੱਜ ਆਈਆਂ ਹਨ, ਜੇ ਉਹਨਾਂ ਬਾਰੇ ਠੀਕ ਤਰ੍ਹਾਂ ਅਸੀਂ ਪੜਚੋਲ ਕਰੀਏ ਜਾਂ ਪੜਤਾਲ ਕਰੀਏ ਤਾਂ ਸਾਡੀਆਂ ਸਪਸ਼ਟ ਹੋ ਜਾਏਗਾ ਕਿ ਇਹ ਧਰਮਸ਼ਾਲਾ ਜਾਂ ਗੁਰਦੁਆਰੇ ਜਾਂ ਸੰਗਤਾਂ ਦੀ ਹਾਲਤ ਅੱਜ ਉਹ ਨਹੀਂ ਹੈ ਜਿਹੜੀ ਸੰਗਤ ਤੇ ਸ਼ਬਦ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਨੇ ਕੀਤੀ ਸੀ। ਜਾਂ ਇਹ ਕਹਿ ਲਈਏ ਕਿ ਸਾਡੇ ਗੁਰਦੁਆਰਿਆਂ ਦੀ ਹਾਲਤ ਖਰਾਬ ਹੋਣ ਕਰਕੇ, ਗੁਰਦੁਆਰਾ ਪ੍ਰਬੰਧ ਦੀ ਹਾਲਤ ਮੈਂ ਕਹਾਂਗਾ, ਗੁਰਦੁਆਰੇ ਤਾਂ ਨਹੀਂ ਮੈਂ ਕਹਿ ਸਕਦਾ, ਗੁਰਦੁਆਰੇ ਤਾਂ ਬਹੁਤ ਵਧੀਆ ਬਣ ਗਏ, ਗੁਰਦੁਆਰਾ ਪ੍ਰਬੰਧ ਦੀ ਹਾਲਤ ਖਰਾਬ ਹੋਣ ਕਰਕੇ ਚੰਗੀ ਤੇ ਲੋੜੀਂਦੀ ਪੈਦਾਵਾਰ ਜਿਹੜੀ ਸੀ ਉਹ ਅੱਜ ਨਹੀਂ ਸਾਨੂੰ ਮਿਲ ਰਹੀ। ਦੇਖੋ ਗੱਲ ਬੜੀ ਸਪਸ਼ਟ ਹੈ ਵੀ ਅਸੀਂ ਜਦੋਂ ਗੱਲ ਕਰਦੇ ਆ ਗੁਰਦੁਆਰਾ ਪ੍ਰਬੰਧ ਦੀ, ਉਹਦੇ ਤੇ ਅਸੀਂ ਜਦੋਂ ਨੁਕਤਾਚੀਨੀ ਕੋਈ ਕਰਦੇ ਆ ਉਹਦਾ ਇਹਦਾ ਮਤਲਬ ਨਹੀਂ ਵੀ ਅਸੀਂ ਅਕਾਰਨ ਹੀ ਕਿਸੇ ਦੀ ਕੋਈ ਨਿੰਦਾ ਕਰਨੀ ਚਾਹੁੰਦੇ ਆ ਜਾਂ ਕਿਸੇ ਦੇ ਖਿਲਾਫ ਬੋਲਣਾ ਚਾਹੁੰਦੇ ਆ। ਨਾ ਹੀ ਕੋਈ ਐਸਾ ਆਸ਼ਾ ਹੁੰਦਾ ਵੀ ਅਸੀਂ ਕਿਸੇ ਦਾ ਜਾਤੀ ਵਿਰੋਧ ਕਰਨਾ ਚਾਹੁੰਦੇ ਆ, ਬਿਲਕੁਲ ਨਹੀਂ। ਹਾਂ ਇਹ ਗੱਲ ਜ਼ਰੂਰੀ ਹੈ ਕਿ ਜੋ ਸੱਚਾਈਆਂ ਅਸੀਂ ਦੇਖ ਰਹੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਰਹੇ ਹਾਂ, ਉਹਨਾਂ ਨੂੰ ਪੜ੍ਹ ਕੇ ਜਾਂ ਉਹਨਾਂ ਨੂੰ ਡਿਸਕਸ ਕਰਕੇ, ਉਹਨਾਂ ਦੀ ਵਿਚਾਰ ਕਰਕੇ ਹਰ ਵਿਅਕਤੀ ਹੀ ਅੰਦਰੋਂ ਕਲਪਦਾ ਹੈ, ਹਰ ਵਿਅਕਤੀ ਅੰਦਰੋਂ ਕਲਪਦਾ ਹੈ। ਐਕਸੈਪਸ਼ਨ ਤਾਂ ਹਰ ਥਾਂ ਤੇ ਹੁੰਦੀਆਂ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਪ੍ਰਵਾਨ ਕਰ ਲਿਆ,
ਸਾਡੇ ਧਰਮ ਸਥਾਨਾਂ ਗੁਰਦੁਆਰਿਆਂ ਵਿੱਚ ਸਿੰਘ ਸਭਾਵਾਂ ਜਾਂ ਡੇਰਿਆਂ ਵਿੱਚ ਜੋ ਭਾਣਾ ਅੱਜ ਵਰਤਿਆ ਪਿਆ ਹੈ, ਜਿਹੜੀ ਹਾਲਤ ਅੱਜ ਬਣੀ ਪਈ ਹੈ, ਉਹ ਸੱਚਮੁੱਚ ਹੀ ਤਰਸਯੋਗ ਹੈ। ਘਿਰਨਤ, ਨਫ਼ਰਤ ਦਾ ਜਿਹੜਾ ਅੱਜ ਵਾਤਾਵਰਨ ਹੈ, ਘਿਰਨਾ ਦਾ, ਨਫ਼ਰਤ ਦਾ, ਵੈਰ ਵਿਰੋਧ ਦਾ, ਧੜੇਬੰਦੀ ਦਾ, ਪਾਰਟੀਬਾਜ਼ੀ ਦਾ, ਇਹ ਅੱਜ ਸਾਨੂੰ ਆਮ ਮਿਲਦਾ ਹੈ। ਪਰ ਸਾਡਾ ਮਕਸਦ ਸਿਰਫ ਇਹਨੂੰ ਡਿਸਕਸ ਕਰਨ ਦਾ ਇਹ ਹੈ ਵੀ ਕਿਵੇਂ ਕੋਈ ਪੰਥ ਦਰਦੀ ਉਸ ਨੀਂਦ ਨੂੰ ਤਿਆਗਣ, ਆਪਾ ਸਵਾਰਨ, ਕੋਈ ਜ਼ੋਰਦਾਰ ਹਮਲਾ ਮਾਰਨ, ਰਾਜਸੀ, ਸਮਾਜਿਕ, ਭਾਈਚਾਰਕ, ਧਾਰਮਿਕ ਤੇ ਨਿੱਜੀ ਜੀਵਨ ਦੇ ਅੱਡ-ਅੱਡ ਪੱਖਾਂ ਵਿੱਚ, ਅੱਡ-ਅੱਡ ਪਾਸਿਆਂ ਵਿੱਚ ਜਿਹੜੀ ਦੁਰਦਸ਼ਾ ਅੱਜ ਪੰਥ ਦੀ ਹੋ ਰਹੀ ਹੈ, ਉਹਨੂੰ ਠੱਲ ਪਾਉਣ ਲਈ ਕੋਈ ਉਪਰਾਲਾ ਕਰਨ। ਬਸ ਸਾਡਾ ਮਕਸਦ ਸਿਰਫ ਇਹ ਹੈ, ਇਹ ਹੁਣ ਤਾਈਆਂ ਨੂੰ ਵਿਚਾਰਨ ਦਾ ਜਾਂ ਡਿਸਕਸ ਕਰਨ ਦਾ, ਕਿਸੇ ਜਥੇਬੰਦੀ ਦਾ ਜਾਂ ਕਿਸੇ ਕਮੇਟੀ ਦਾ ਵਿਰੋਧ ਕਰਨਾ ਨਹੀਂ, ਨਾ ਹੀ ਕਿਤੇ ਗੁਰਦੁਆਰੇ ਦਾ ਵਿਰੋਧ ਕਰਨਾ ਹੈ। ਗੁਰਦੁਆਰੇ ਸਿੱਖੀ ਜੀਵਨ ਦੀ ਆਧਾਰਸ਼ਿਲਾ ਹਨ, ਜਿਨ੍ਹਾਂ ਤੋਂ ਸਿੱਖ ਨੂੰ ਪਿੱਛੇ ਨਹੀਂ ਕੀਤਾ ਜਾ ਸਕਦਾ। ਪਹਿਲਾ ਜਿਹੜਾ ਨੁਕਤਾ ਅਸੀਂ ਲੈਂਦੇ ਹਾਂ, ਆਮ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਜਾਂ ਪ੍ਰਬੰਧਕਾਂ ਵਾਲੇ ਅਸੀਂ ਲਿਆ ਜਾ ਸਕਦਾ ਹੈ ਜਾਂ ਕਹਿ ਸਕਦੇ ਹਾਂ। ਇਹਦੇ ਵਿੱਚ ਜਿਹੜੀ ਗੱਲ ਅਸੀਂ ਕਰਨੀ ਹੈ ਵੀ ਸੰਸਾਰ ਵਿੱਚ ਕਿਸੇ ਵੀ ਮਤ ਨੇ ਆਪਣੇ ਧਰਮ ਸਥਾਨਾਂ ਦੇ ਪ੍ਰਬੰਧ ਲਈ ਇਲੈਕਸ਼ਨ ਵਰਗਾ ਜਲੀਲ ਤਰੀਕਾ ਨਹੀਂ ਵਰਤਿਆ। I didn't find any open orders for Harjeet. ਜਿਹੜਾ If you're waiting for a delayed package, you can check its status at your orders page on Amazon. ਜਿਹੜਾ ਤਰੀਕਾ ਅਸੀਂ ਸਿੱਖਾਂ ਨੇ ਵਰਤਿਆ, ਇਹ ਜਿਹੜੀਆਂ ਚੋਣ ਦਾ ਪ੍ਰਣਾਲੀ ਆਈ ਹੈ ਜਾਂ ਜਨਰਲ ਇਲੈਕਸ਼ਨ ਜਿਹੜੀਆਂ ਆਮ ਦੇਸ਼ਾਂ ਦੀਆਂ ਹੁੰਦੀਆਂ, ਉਹਦੇ ਨਾਲੋਂ ਵੀ ਘਟੀਆ ਤਰੀਕਾ ਜਿਹੜਾ ਹੈ ਉਹ ਅੱਜ ਗੁਰਦੁਆਰਾ ਪ੍ਰਬੰਧ ਦੀਆਂ ਇਲੈਕਸ਼ਨਾਂ ਵਿੱਚ ਵਰਤਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਇਕੱਲੀ ਗੱਲ ਨਹੀਂ ਹੈ, ਜਾਂ ਦਿੱਲੀ ਕਮੇਟੀ ਜਾਂ ਹੋਰ ਕਮੇਟੀਆਂ ਦੀ ਇਕੱਲੀ ਗੱਲ ਨਹੀਂ ਹੈ। ਸਾਡੇ ਆਮ ਸ਼ਹਿਰਾਂ ਵਿੱਚ, ਸੂਬਿਆਂ ਵਿੱਚ ਜਿਹੜੀਆਂ ਸਿੰਘ ਸਭਾਵਾਂ ਦੇ ਗੁਰਦੁਆਰਿਆਂ ਦੀ ਚੋਣਾਂ ਲਗਭਗ ਇਸੇ ਤਰ੍ਹਾਂ ਹੀ ਹੋ ਰਹੀਆਂ, ਇਸੇ ਨਮੂਨੇ ਤੇ ਅੱਜ ਹੋ ਰਹੀਆਂ ਨੇ। ਹਰ ਤਰ੍ਹਾਂ ਦੇ ਪ੍ਰਾਣੀ ਗੁਰਦੁਆਰਿਆਂ ਦੇ ਪ੍ਰਬੰਧਕ ਚੁਣਨ ਦਾ ਅਧਿਕਾਰ ਰੱਖਦੇ ਨੇ। ਉਹ ਸ਼ਰਾਬੀ ਹੈ, ਵਿਭਚਾਰੀ ਹੈ, ਉਹ ਪਤਤ ਹੈ, ਉਹ ਜੋ ਮਰਜ਼ੀ ਹੈ। ਵੋਟ ਦੀ ਇਸ ਰਾਜਨੀਤੀ ਦੇ ਵਿੱਚ ਹਰ ਕੋਈ ਚੱਲਦਾ ਹੈ। ਜੋ ਅਸੀਂ ਵੇਖਦੇ ਹਾਂ, ਜੋ ਹਾਲਾਤ ਸਾਡੀ ਬਣੇ ਹੋਏ ਆ ਕੌਮ ਦੇ, ਅਸੀਂ ਵੇਖਦੇ ਹਾਂ। ਕੋਈ ਪ੍ਰਾਣੀ ਜਿਹੜਾ ਦੇਖ ਲਓ ਵੀ ਉਹ ਸਿੱਖ ਹੈ ਕਿ ਨਹੀਂ ਹੈ, ਉਹ ਸਿੱਖੀ ਸਿਧਾਂਤਾਂ ਦੇ ਖਿਲਾਫ ਕੰਮ ਕਰਦਾ ਹੈ, ਸਿੱਖੀ ਦੇ ਨਾਲ ਉਹ ਧਰੋਕ ਮਾਰਿਆ ਹੈ, ਗੁਰਮਤ ਰਹਿਤ ਤੋਂ ਬਿਲਕੁਲ ਜਾਣੂ ਨਹੀਂ, ਇਹ ਕਹਿ ਲਈਏ ਗੁਰਮਤ ਰਹਿਤ ਤੋਂ ਬਿਲਕੁਲ ਕੋਰੇ ਤੇ ਉਲਟੇ ਆਪਣੇ ਹੋਰ ਪਾਸੇ ਨੂੰ ਵਿਭਚਾਰੀ, ਸ਼ਰਾਬੀ ਬੰਦੇ ਵੀ ਅੱਜ ਇਸ ਸਿਸਟਮ ਵਿੱਚ ਹਿੱਸਾ ਲੈ ਰਹੇ ਹਨ। ਰਿਜ਼ਲਟ ਸਾਡੇ ਸਾਹਮਣੇ ਹੈ। ਲੋਕਲ ਗੁਰਦੁਆਰਿਆਂ ਦੇ ਪ੍ਰਬੰਧ ਬਾਰੇ ਸੋਚਣ ਜਦੋਂ ਅਸੀਂ ਸੋਚਦੇ ਹਾਂ, ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਖਜ਼ਾਨਚੀ, ਸਟੋਰ ਕੀਪਰ, ਪ੍ਰਾਪੇ ਗੰਡਾ ਸਕੱਤਰ, ਹੋਰ ਇਹੋ ਜਿਹੇ ਉਹਦੇ ਜਿਹੜੇ ਸਾਨੂੰ ਮਿਲ ਜਾਂਦੇ ਹਨ। ਕੁਝ ਬੰਦਿਆਂ ਨੂੰ ਛੱਡਦੀ ਐਕਸੈਪਸ਼ਨਸ ਆਰ ਆਲਵੇਜ਼ देयर। ਹਰ ਬੰਦੇ ਐਕਸੈਪਸ਼ਨਸ ਹਰ ਥਾਂ ਤੇ ਹੁੰਦੀ ਹੈ। ਜੇ ਕੁਝ ਕੁ ਬੰਦਿਆਂ ਨੂੰ ਛੱਡਦੀ ਹੈ ਤੇ ਬਾਕੀਆਂ ਦੀ ਜਦ ਅਸੀਂ ਹਾਲਤ ਦੇਖਦੇ ਹਾਂ, ਇਹ ਕਹਿ ਸਕਦੇ ਹਾਂ ਵੀ ਇਹਨਾਂ ਗੁਰਦੁਆਰਿਆਂ ਵਿੱਚ ਆਮ ਤੌਰ ਦੇ ਉੱਤੇ ਇਹ ਜਿਹੜੀਆਂ ਪੋਸਟ ਹਨ, ਇਹ ਪੈਸੇ ਵਾਲੇ, ਅਮੀਰ ਬੰਦੇ, ਪ੍ਰਭਾਵਿਤ ਕਰਨ ਵਾਲੇ, ਜਾਂ ਉਹ ਦੂਸਰੇ ਵਿਅਕਤੀ ਮਾਇਆਧਾਰੀ, ਉਹਨਾਂ ਦੇ ਹੱਥ 'ਚ ਹੀ ਆ ਜਾਂਦੀਆਂ ਆਮ ਹਾਲਤਾਂ ਦੇ ਵਿੱਚ। ਜਾਂ ਇਹ ਕਹਿ ਲਈਏ ਕਿ ਉਹਨਾਂ ਦੇ ਪੂਰਬਲੇ ਕਿਸਮਾਂ ਦੇ ਅੰਕਰੀ ਇਹੋ ਜਿਹੇ ਵੀ ਫੁੱਟੇ ਹੋਏ ਨੇ ਵੀ ਉਹ ਇਹ ਝੱਟ ਪ੍ਰਾਪਤ ਕਰ ਲੈਂਦੇ ਆ।
ਐਸੇ ਬੰਦੇ ਗੁਰਮਤ ਤੋਂ ਨਾ ਜਾਣੂ, ਗੁਰਬਾਣੀ ਤੋਂ ਜਾਣੂ ਹੁੰਦੇ ਹਨ, ਨਾ ਹੀ ਗੁਰਮਤ ਮਰਿਆਦਾ ਤੋਂ। ਕਥਨੀ ਤੇ ਕਰਨੀ ਦੋਹਾਂ ਪੱਖਾਂ ਤੋਂ ਬਿਲਕੁਲ ਸੰਖ ਦੇ ਵਾਂਗੂ ਅੰਦਰੋਂ ਖਾਲੀ। ਕਥਨੀ ਤੇ ਕਰਨੀ ਸੰਖ ਦੇ ਵਾਂਗੂ ਖਾਲੀ, ਜਿਹੜੇ ਬਾਹਰੋਂ ਆਵਾਜ਼ ਹੀ ਕਰਖਤ ਦੀ ਕੱਢਦੇ ਨੇ, ਅੰਦਰ ਉਹਨਾਂ ਦੇ ਕੁਛ ਨਹੀਂ। ਸਿੱਖੀ ਜੀਵਨ ਦੇ ਚੱਲਣ ਨਾਲ ਇਹਨਾਂ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ, ਰਿਸ਼ਤਾ ਨਹੀਂ ਹੈ, ਤੇ ਨਾ ਹੀ ਉਹ ਕਦੀ ਇਹ ਰਿਸ਼ਤਾ ਰੱਖਣ ਦੇ ਵਿੱਚ ਆਪਣਾ ਦਿਲਚਸਪੀ ਲੈਂਦੇ। ਹੁਣ ਚੋਣ ਤਰੀਕਾ ਹੀ ਘਟੀਆ ਹੈ, ਬੰਦੇ ਵੀ ਚੁਣੇ ਜਾਂਦੇ ਹਨ। ਧਾਰਮਿਕ ਅਸਥਾਨਾਂ ਦੇ ਪ੍ਰਬੰਧ ਲਈ ਹੋਣ ਵਾਲੀਆਂ ਚੋਣਾਂ ਵਿੱਚ ਕਾਮਯਾਬੀ ਕਰਨ ਲਈ ਵੋਟਾਂ ਖਰੀਦੀਆਂ ਜਾਂਦੀਆਂ ਹਨ, ਰਿਸ਼ਵਤ ਦੇ ਵਸੀਲੇ ਵਰਤੇ ਕੀਤੇ ਜਾਂਦੇ ਹਨ। ਏਦਾਂ ਕਰ ਲਈਏ, ਵਸ ਲੱਗਣ ਦੇ ਉੱਤੇ ਗੁੰਡਿਆਂ, ਬਦਮਾਸ਼ ਤੇ ਗੁੰਡਾ ਕਿਸਮ ਦੇ ਅਨਸਰਾਂ ਤੋਂ ਦਬਕਾ ਵੀ ਮਰਵਾਇਆ ਜਾਂਦਾ। ਹੋਰ ਤਾਂ ਹੋਰ ਵੇਲੇ ਦੀਆਂ ਸਰਕਾਰਾਂ ਵੱਲੋਂ ਵੀ ਦਬਕੇ ਪਵਾਏ ਜਾਂਦੇ ਹਨ। ਉਹਨਾਂ ਨੂੰ ਵੀ ਈਡੀ ਦਾ ਡਰ ਦੇ ਕੇ ਅੱਜ ਉਹ ਕੰਮ ਕਰਾ ਲਏ ਜਾਂਦੇ ਹਨ ਜਿਹੜੇ ਗੁਰਮਤਿ ਨਾਲ ਸੰਬੰਧਿਤ ਨਹੀਂ ਹਨ। ਹੁਣ ਗੱਲ ਹੈ ਵੀ ਸਿੱਖੀ ਦੀ ਚੜ੍ਹਦੀ ਕਲਾ ਤਾਂ ਹੀ ਹੋਏਗੀ ਜੇ ਗੁਰਦੁਆਰੇ ਗੁਰਮਤਿ ਦੇ ਪ੍ਰਚਾਰ ਨਹੀਂ ਹੋਣ। ਹੁਣ ਇਹੋ ਜਿਹੇ ਲੋਕੀ ਗੁਰਮਤਿ ਦਾ ਮਹਾਨ ਕਾਰਜ ਕਿਵੇਂ ਕਰ ਸਕਦੇ ਹਨ? ਅੱਜ ਅਸੀਂ ਇੱਕ ਮਸਲਾ ਸਾਡੇ ਸਾਹਮਣੇ ਆਉਂਦਾ, ਜਿਹਦਾ ਸਾਡਾ ਨੌਜਵਾਨ ਕਿਉਂ ਨਹੀਂ ਆਉਂਦਾ ਗੁਰਦੁਆਰੇ। ਜਦੋਂ ਇਹ ਹਾਲਤ ਦੇਖਦਾ ਗੁਰਦੁਆਰਿਆਂ ਵਿੱਚ ਜਾ ਕੇ, ਕਿਉਂ ਜਾਏਗਾ ਉਹ? ਕੀ ਕਰਨ ਜਾਏਗਾ? ਆਪਣੇ ਮਤਲਬ ਦੀ ਖੁਰਾਕ ਉਹਨੂੰ ਨਹੀਂ ਮਿਲੇਗੀ, ਕਿਉਂ ਜਾਏਗਾ? ਤੋ ਇਹੋ ਜਿਹੇ ਬੰਦੇ ਫਿਰ ਗੁਰਮਤਿ ਦਾ ਮਹਾਨ ਕਾਰਜ ਕਿਵੇਂ ਕਰ ਸਕਦੇ ਹਨ? ਅਸੀਂ ਇਹ ਵੀ ਦੇਖਦੇ ਹਾਂ ਵੀ ਜਦੋਂ ਇਹ ਪ੍ਰਬੰਧਕ ਚੁਣੇ ਜਾਂਦੇ ਨੇ, ਲੋਕਲ ਗੁਰਦੁਆਰਿਆਂ ਦੀ, ਮਹੱਲਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਜਦੋਂ ਪ੍ਰਧਾਨਗੀ ਮਿਲ ਜਾਂਦੀ ਹੈ, ਉਹਦੀ ਖੁਸ਼ੀ 'ਚ ਪਾਰਟੀਆਂ ਕੀਤੀਆਂ ਜਾਂਦੀਆਂ, ਤੇ ਪਾਰਟੀਆਂ ਵੀ ਫਿਰ ਦੂਜੀਆਂ ਸ਼ਰਾਬ ਦੀਆਂ। ਇੱਥੇ ਸਾਡਾ ਦੁਆਲੀਆਪਨ ਜਿਹਾ ਬਾਹਰ ਨਜ਼ਰ ਆਉਂਦਾ। ਇਹ ਨਹੀਂ ਅਸੀਂ ਕਹਿ ਸਕਦੇ ਵੀ ਅਸੀਂ ਅੰਦਰ ਦੁਆਲੀਏ ਹੋ ਗਏ, ਅੰਦਰੋਂ ਖਾਲੀ ਹੋ ਗਏ। ਫਿਰ ਇਹੋ ਜਿਹੀਆਂ ਕਮੇਟੀਆਂ ਦੇ ਜਿਹੜੇ ਮਦਦਗਾਰ ਨੇ, ਉਹਨਾਂ ਨੂੰ ਫਿਰ ਜਾਇਜ਼ ਤੇ ਨਜਾਇਜ਼ ਕੰਮ ਦੇ ਵਿੱਚ ਹਰ ਵੇਲੇ ਉਹਨਾਂ ਦੇ ਨਾਲ ਖੜੇ ਹੋਣਾ, ਸਦਾ ਆਪਣੇ ਧੜੇ ਕਾਇਮ ਰੱਖਣੇ, ਉਹਨਾਂ ਦਾ ਵਿਰੋਧੀ ਧੜਾ ਕਿਤੇ ਕਾਬਜ਼ ਨਾ ਹੋ ਜਾਏ, ਇਹ ਗੱਲਾਂ ਸੋਚੀ ਜਾਣੀਆਂ। ਪ੍ਰਚਾਰ ਦਾ ਟਾਈਮ ਕਿੱਥੇ ਹੈ? ਸਾਰਾ ਦਿਮਾਗ ਤੇ ਇਸੇ ਪਾਸੇ ਲੱਗ ਜਾਂਦਾ ਹੈ ਵੀ ਮੇਰਾ ਵਿਰੋਧੀ ਧੜਾ ਕਿਤੇ ਦੁਬਾਰਾ ਕਾਇਮ ਨਾ ਹੋਏ, ਕਾਬਜ਼ ਨਾ ਹੋ ਜਾਏ। ਤੇ ਜਿਹੜੀ ਆਪੋਜੀਸ਼ਨ ਪਾਰਟੀ ਹੁੰਦੀ ਹੈ, ਉਹਨੂੰ ਵੀ ਗੁਰਮਤਿ ਪ੍ਰਚਾਰ ਬਾਰੇ ਕੁਝ ਸੋਚਣ ਦੀ ਥਾਂ ਤੇ ਸਦਾ ਇਸੇ ਲਾਈਨ ਤੇ ਸੋਚਣਾ ਪੈਂਦਾ ਹੈ ਕਿ ਵਿਰੋਧੀਆਂ ਦੇ ਖਿਲਾਫ ਪ੍ਰਾਪੇਗੰਡਾ ਕਿਵੇਂ ਕਰਨਾ ਹੈ, ਉਹਨਾਂ ਨੂੰ ਸੰਗਤਾਂ 'ਚ ਬਦਨਾਮ ਕਿਵੇਂ ਕਰਨਾ, ਕਮੇਟੀ ਤੇ ਕਬਜ਼ਾ ਕਿਵੇਂ ਕੀਤਾ ਜਾਏ, ਅਸੀਂ ਜਿੱਤੀਏ ਕਿਵੇਂ। ਵਿਰੋਧੀ ਪਾਰਟੀ ਵੀ ਉਹੀ ਗੱਲ ਸੋਚਦੀ ਹੈ। ਇਹ ਲਗਭਗ ਛੋਟੇ ਗੁਰਦੁਆਰੇ ਤੋਂ ਲੈ ਕੇ ਵੱਡੇ ਗੁਰਦੁਆਰੇ ਤੱਕ ਇਹੋ ਹੀ ਹਾਲਤ ਵਿਆਪ ਰਹੀ ਹੈ। ਉਹਨਾਂ ਗੁਰਦੁਆਰਿਆਂ ਤੋਂ ਲੈ ਕੇ ਜੋ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਦੇ ਖਰਚੇ ਵੀ ਪੂਰੇ ਨਹੀਂ ਕਰ ਸਕਦੇ, ਵੱਡੀ ਆਮਦਨ ਵਾਲੇ ਛੋਟੇ ਵੱਡੇ ਗੁਰਦੁਆਰੇ ਵਿੱਚ ਇਹ ਮਨਮਤ ਜਿਹੜੀ ਹੈ, ਇਸੇ ਤਰ੍ਹਾਂ ਹੀ ਅੱਜ ਤੱਕ ਫੈਲੀ ਤੁਰੀ ਜਾਂਦੀ ਹੈ। ਇਹਦਾ ਰਿਜ਼ਲਟ ਕੀ ਨਿਕਲਦਾ? ਗੁਰਦੁਆਰੇ ਦਾ ਜਿਹੜਾ ਮਾਹੌਲ ਹੈ ਉਹ ਧਾਰਮਿਕ ਨਹੀਂ ਰਹਿੰਦਾ। ਰਿਜ਼ਲਟ ਸਭ ਸਪਸ਼ਟ ਹੈ ਸਾਡੇ ਸਾਹਮਣੇ ਕਿ ਗੁਰਦੁਆਰੇ ਧਰਮ ਪ੍ਰਚਾਰ ਦੇ ਕੇਂਦਰ, ਧਾਰਮਿਕ ਮਾਹੌਲ, ਆਤਮਿਕ ਠੰਡਕ ਦੇ ਉਹ ਸੋਮੇ ਹਨ, ਪਰ ਇਹੋ ਜਿਹੇ ਜਿੱਥੇ ਪ੍ਰਬੰਧ ਰਾਹੀਂ ਬੰਦੇ ਚੁਣ ਕੇ ਆਉਣਗੇ, ਉਹਨਾਂ ਗੁਰਦੁਆਰਿਆਂ ਦਾ ਜਿਹੜਾ ਵਾਤਾਵਰਨ ਹੈ, ਮਾਹੌਲ ਜੋ ਹੈ, ਕਿ ਇਹ ਧਾਰਮਿਕ ਰਹਿ ਸਕੇਗਾ? ਨਹੀਂ ਰਹਿ ਸਕਦਾ। ਸਗੋਂ ਕਮਰਸ਼ੀਅਲ ਜਾਂ ਰਾਜਸੀ ਜਿਹੜੇ ਉਹਨਾਂ ਦੇ ਕਮਰਸ਼ੀਅਲ ਜਾਂ ਰਾਜਸੀ ਜਿਹੜੇ ਕੰਮ ਆ, ਉਹਨਾਂ ਦੇ ਦਾ ਇੱਕ ਨਮੂਨਾ ਜਿਹਾ ਬਣ ਜਾਂਦਾ ਹੈ। ਗੁਰਪੁਰਬ ਦੇ ਮੌਕਿਆਂ ਤੇ ਕੁਦਰਤੀ ਤੌਰ ਤੇ ਵੀ ਇਕੱਠ ਹੋਣਗੇ, ਸਿੱਖ ਗੁਰਪੁਰਬ ਮਨਾਉਂਦੇ ਹਨ। ਫਿਰ ਇਹ ਗੁਰਪੁਰਬ ਦੇ ਮੌਕਿਆਂ ਤੇ ਇਹ ਜਿਹੜੇ ਵਪਾਰੀ ਜਾਂ ਬੜੇ ਹੋਏ ਪ੍ਰਬੰਧਕ
ਆਪਣਾ ਇਕੱਠਾ ਕੀਤਾ ਹੋਇਆ ਧਨ ਨਾਲ ਫਿਰ ਆਪਣੀ ਨੁਮਾਇਸ਼ ਲਾਉਂਦੇ ਨੇ। ਗੱਲ ਕਿੱਥੋਂ ਸਮਝ ਆਏਗੀ? ਇਹੋ ਜਿਹਾ ਜਦੋਂ ਸਮਾਂ ਬਣ ਜਾਂਦਾ ਹੈ, ਇਹੋ ਜਿਹੇ ਹਾਲਾਤ ਜਦੋਂ ਬਣ ਜਾਂਦੇ ਹਨ, ਇਹ ਪ੍ਰਬੰਧਕ ਅਜਿਹੇ ਮੌਕਿਆਂ ਨੂੰ ਫਿਰ ਲੋੜ ਮੁਤਾਬਕ ਜਾਂ ਹਾਲਾਤ ਮੁਤਾਬਕ ਅਵੇਲੇਬਿਲਿਟੀ ਪੋਜੀਸ਼ਨ ਨੂੰ ਜਾਂਚ ਕੇ ਕਿਸੇ ਰਾਜਨੀਤਿਕ ਲੀਡਰ ਨੂੰ, ਕਿਸੇ ਕੇਂਦਰੀ ਜਾਂ ਸੂਬਾਈ ਵਜ਼ੀਰ ਨੂੰ, ਕਿਸੇ ਐਮਐਲਏ ਨੂੰ, ਕਿਸੇ ਐਮਪੀ ਨੂੰ, ਕਿਸੇ ਕੌਂਸਲਰ ਨੂੰ, ਕਿਸੇ ਮਿਊਨਿਸਪੈਲਿਟੀ ਦੇ ਮੈਂਬਰ ਨੂੰ, ਉਹਨੂੰ ਲੱਭ ਲੈਂਦੇ ਨੇ। ਉਹਨਾਂ ਨਾਲ ਕਹਾਣੀ ਪਹਿਲਾਂ ਹੀ ਸੈੱਟ ਕੀਤੀ ਹੁੰਦੀ ਹੈ। ਹੁਣ ਅਜਿਹੇ ਜਿਹੜੇ ਬੰਦੇ ਆਉਂਦੇ ਨੇ ਗੁਰੂ ਸਾਹਿਬ ਜੀ ਨੂੰ ਜਾਂ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਕਹਿਣ ਦੇ ਬਹਾਨੇ ਗੁਰਦੁਆਰੇ ਆ ਕੇ ਟਪਕੇ ਪੈਂਦੇ ਨੇ ਤੇ ਪ੍ਰਬੰਧਕ ਸਾਹਿਬਾਨ ਨੂੰ ਆਪਣਾ ਮੁੱਲ ਵਧਾਉਣ ਲਈ, ਸਮਾਜ ਵਿੱਚ ਆਪਣਾ ਸਤਿਕਾਰ ਵੱਡਾ ਕਰਨ, ਸਰਕਾਰੀ ਦਰਬਾਰੇ ਆਪਣੀ ਪੋਜੀਸ਼ਨ ਬਣਾ ਕੇ ਮਗਰੋਂ ਲਾਭ ਉਠਾਉਂਦੇ ਸੁਨਹਿਰੀ ਮੌਕੇ ਦੇ ਦਿੰਦੇ ਹਨ। ਕਿਉਂਕਿ ਪ੍ਰਬੰਧਕ ਉਹਨਾਂ ਦੇ ਚਮਚਾਗਿਰੀ ਜਦੋਂ ਕਰਦੇ ਆ, ਉਹ ਪੁਲਿਸ ਭਾਵੇਂ ਪੁਲਿਸ ਹੋਵੇ ਤੇ ਭਾਵੇਂ ਰਾਜਨੀਤਿਕ ਬੰਦੇ ਹੋਣ, ਉਹਨਾਂ ਨੂੰ ਸੱਦ ਕੇ ਆਪਣੀ ਹਰ ਵੇਲੇ ਇਸੇ ਗੱਲ ਤੇ ਤਿਆਰੀ ਹੁੰਦੀ ਹੈ ਵੀ ਅਸੀਂ ਕਿਵੇਂ ਇਹਨਾਂ ਵਿੱਚੋਂ ਵੱਧ ਤੋਂ ਵੱਧ ਕੱਲ ਨੂੰ ਜਾ ਕੇ ਆਪਣੇ ਕੰਮ ਕਢਾ ਸਕਦੇ ਹਾਂ। ਇਹਨਾਂ ਲੀਡਰਾਂ ਨੂੰ ਜਾਂ ਬਹੁਤੇ ਕਈ ਵਾਰੀ ਗੈਰ ਸਿੱਖ ਵੀ ਹੁੰਦੇ ਨੇ, ਕਿਉਂਕਿ ਬਹੁ ਗਿਣਤੀ ਵਾਲੇ ਦੇਸ਼ ਵਿੱਚ ਇਹ ਗੱਲਬਾਤ ਉਹਨਾਂ ਦਾ ਹੀ ਹੈ। ਜੇ ਮੈਂ ਭਾਰਤ ਦੀ ਗੱਲ ਕਰ ਲਵਾਂ, ਕਿ ਬਹੁ ਗਿਣਤੀ ਵਾਲੇ ਦੇਸ਼ ਵਿੱਚ ਗੱਲਬਾਤ ਹੁੰਦਾ ਹੈ, ਉਹਨਾਂ ਵਿੱਚ ਗੈਰ ਸਿੱਖ ਵੀ ਹੋਣਗੇ। ਜੇ ਉਹ ਜਿਹੜੇ ਗੁਰਦੁਆਰੇ ਆ ਹੀ ਜਾਂਦੇ ਨੇ ਆਪਣਾ ਸਮਾਂ ਕੱਢ ਕੇ, ਇਹੋ ਜਿਹੇ ਝੋਲੀ ਚੁੱਕ ਤੇ ਟੁੱਕੜ ਬੋਝ ਦੇ ਕਿਸਮ ਦੇ ਜਿਹੜੇ ਪ੍ਰਬੰਧਕ ਨੇ, ਉਹ ਦੱਸੋ ਗੁਰਦੁਆਰੇ ਦੇ ਵਿੱਚ ਆ ਕੇ ਇਸ ਗੁਰਪੁਰਬ ਦੇ ਮੌਕੇ ਤੇ ਸਿੱਖ ਇੱਕ ਸੰਗਤ ਨੂੰ ਕੀ ਖੁਰਾਕ ਦੇ ਸਕਦੇ ਹਨ? ਜਿਹੜੇ ਆਪ ਹੀ ਗੁਰੂ ਤੋਂ ਭੁੱਲੇ ਹੋਏ ਹਨ, ਜਿਨ੍ਹਾਂ ਨੂੰ ਆਪਣੀ ਹੋਸ਼ ਨਹੀਂ ਹੈ, ਜਿਹਨੂੰ ਇਹ ਨਹੀਂ ਪਤਾ ਵੀ ਗੁਰਪੁਰਬ ਕਿਹੜਾ ਮਨਾਇਆ ਜਾ ਰਿਹਾ ਹੈ ਜਾਂ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈ, ਉਹ ਦੱਸੋ ਇਹੋ ਜਿਹੇ ਵਜ਼ੀਰ ਜਾਂ ਹੋਰ ਬੰਦੇ ਆ ਕੇ ਉੱਥੇ ਕੀ ਕਰਨਗੇ? ਕਈ ਵਾਰੀ ਤੇ ਇੱਥੋਂ ਤੱਕ ਵੀ ਨੌਬਤ ਆ ਜਾਂਦੀ ਹੈ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਲਈ ਇਕੱਤਰ ਹੋਏ ਆ, ਜਾਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਲਈ ਇਕੱਠੇ ਹੋਏ ਆ, ਜਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਲਈ ਇਕੱਠੇ ਹੋਏ, ਇਹ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਇੱਥੇ ਗੁਰਦੁਆਰੇ 'ਚ ਇਕੱਠੇ ਕਿੱਦਾਂ ਦੇ ਹੋਏ। ਗੱਲ ਸਿਰਫ ਇੰਨੀ ਮੈਂ ਕਹਿ ਦਿਆਂ ਵੀ ਇਹ ਸਿਰਫ ਤੂੰ ਮੈਨੂੰ ਮੁੱਲਾ ਕਹਿ ਤੇ ਮੈਂ ਤੇਰੀ ਕਾਜੀ ਕਵਾਂ, ਇਹ ਸਟੇਜਾਂ ਸਾਡੀਆਂ ਇਸ ਤਰ੍ਹਾਂ ਦੀਆਂ ਬਣ ਗਈਆਂ। ਸਟੇਜ ਤੇ ਸਾਡੇ ਜਿਹੜੇ ਸਕੱਤਰ ਸਾਹਿਬਾਨ ਨੇ, ਉਹ ਅਮੀਰਾਂ ਦੀਆਂ, ਵਜ਼ੀਰਾਂ ਦੀਆਂ, ਮੈਂਬਰਾਂ ਦੀਆਂ ਤਾਰੀਫਾਂ ਦੇ ਪੁੱਲ ਬਣ ਕੇ ਏਦਾਂ ਰੱਖਣਗੇ ਕਿ ਜਿਹੜਾ ਸਮਾਂ ਧਰਮ ਪ੍ਰਚਾਰ 'ਚ ਲੱਗਣਾ ਚਾਹੀਦਾ ਸੀ, ਉਹ ਸਾਰਾ ਦਾ ਸਾਰਾ ਸਮਾਂ ਅੱਜ ਇਹਨਾਂ ਦੀਆਂ ਤਾਰੀਫਾਂ ਤੇ ਲੱਗ ਰਿਹਾ। ਤੇ ਫਿਰ ਗੈਰ ਜ਼ਰੂਰੀ ਧੰਨਵਾਦ ਕਰਨਗੇ, ਬੇਲੋੜ ਵੀ ਫੂਕਾਂ ਉਹਨਾਂ ਨੂੰ ਭਰਨਗੇ, ਤੇ ਫਿਰ ਅੱਗੋਂ ਵਜ਼ੀਰ ਕਿਹੜੇ ਘੱਟ ਹੁੰਦੇ ਨੇ, ਉਸ ਦੀ ਕਸਰ ਉਹ ਪੂਰੀ ਕਰ ਦਿੰਦੇ ਆ। ਕੁਝ ਘੋਟੇ ਲਾਏ ਹੋਏ, ਰਟੇ ਹੋਏ ਵਾਕ ਜਿਹੜੇ ਆ, ਲਗਭਗ ਹਰ ਇੱਕ ਨੂੰ ਸੰਬੋਧਨ ਕਰਨ ਲਈ ਉਹਨਾਂ ਨੇ ਤਿਆਰ ਕੀਤੇ ਹੁੰਦੇ ਆ। ਬੜੀ ਜਲੀਲ ਜਿਹੀ ਭਾਸ਼ਾ ਨਾਲ ਉਹ ਆਪਣਾ ਵਿਚਾਰ ਪੇਸ਼ ਕਰਦੇ। ਮੈਂ ਦੂਜੇ ਲਫ਼ਜ਼ਾਂ 'ਚ ਕਹਿ ਦਿਆਂ ਵੀ ਗੁਰੂ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਗੁਰਮਤਿ ਦੀ ਉਹ ਸਿਧਾਂਤਾਂ ਦੀ ਖੇ ਖੰਬੜੀ ਉਡਾਈ ਜਾਂਦੀ ਹੈ, ਜਿਹੜੀ ਆਮ ਦਿਨਾਂ ਵਿੱਚ ਨਹੀਂ ਉਡਾਈ ਜਾਂਦੀ। ਅੱਜ ਅਸੀਂ ਗੁਰਦੁਆਰਿਆਂ ਦੇ ਦੀਵਾਨ ਜਦੋਂ ਦੇਖਦੇ ਹਾਂ, ਇਹੋ ਹੀ ਹਾਲਤ ਹੈ। ਸਾਡਾ ਧਰਮ ਆਲਮਗੀਰੀ ਮਤ ਹੈ, ਸਾਡਾ ਧਰਮ ਸੰਸਾਰ ਦੇ ਧਰਮਾਂ ਤੋਂ ਵਧੀਆ ਮਤ ਹੈ। ਇਹ ਇੱਕ ਧਰਮ ਨੂੰ ਸੰਸਾਰ ਤੱਕ ਨਾ ਪ੍ਰਗਟ ਕਰ ਸਕਣ ਦਾ ਮੇਨ ਕਾਰਨ ਇਹ ਹੈ ਕਿ ਅਸੀਂ ਗੁਰਦੁਆਰਾ ਪ੍ਰਬੰਧ ਨੂੰ ਜਿਹੜਾ ਹੈ ਬਿਲਕੁਲ ਖਰਾਬ ਕਰ ਦਿੱਤਾ ਹੈ। ਬਿਲਕੁਲ ਅਸੀਂ ਜਿਹੜਾ ਹੈ ਉਹ ਖਰਾਬ ਕਰ ਦਿੱਤਾ ਹੈ। ਤੋ ਕਈ ਵਾਰੀ ਤੇ ਇੱਥੋਂ ਤੱਕ ਵੀ ਗੱਲ ਆ ਜਾਂਦੀ ਹੈ, ਮੈਂ ਸੁਣਿਆ ਜੋ ਮੈਂ ਤੁਹਾਡਾ ਬਿਆਨ ਕਰ ਰਿਹਾ, ਵੀ ਇਹ ਜਿਹੜੇ ਰਾਜਸੀ ਲੀਡਰ ਹੁੰਦੇ ਆ, ਇਹ ਗੁਰੂ ਸਾਹਿਬ ਦੀ ਤੁਲਨਾ ਕਦੀ ਮਹਾਤਮਾ ਗਾਂਧੀ ਨਾਲ ਕਰਨਗੇ, ਗੁਰੂ ਗੋਬਿੰਦ ਸਿੰਘ ਦੀ ਤੁਲਨਾ ਕਦੀ ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਦੇ ਨਾਲ, ਮਰਾਠੇ ਨਾਲ ਕਰ ਦੇਣਗੇ। ਇਹੋ ਜਿਹੀਆਂ ਗੱਲਾਂ ਕਰਨਗੇ
ਜਿਹੜੀਆਂ ਬਰਦਾਸ਼ਤ ਹੀ ਨਹੀਂ ਹੁੰਦੀਆਂ। ਗੱਲ ਬੜੀ ਸਪਸ਼ਟ ਹੈ ਕਿ ਜਦੋਂ ਇਹਨਾਂ ਨੂੰ ਗੁਰਮਤਿ ਦੀ ਜਾਣਕਾਰੀ ਨਹੀਂ ਹੈ, ਉਦੋਂ ਤੱਕ ਅਸੀਂ ਇਹ ਸਾਨੂੰ ਦੇਖ ਹੀ ਸਕਣਗੇ। ਮਸਲਾ ਸਾਰਾ ਇਹ ਹੈ ਕਿ ਸਾਡਾ ਗੁਰਦੁਆਰਾ ਪ੍ਰਬੰਧ ਸਿਰਫ ਅੱਜ ਪੈਸਿਆਂ ਦੇ ਉੱਤੇ ਹੀ ਖੜਾ ਹੈ। ਦੂਜੀ ਗੱਲ ਅੱਗੇ ਥੋੜੀ ਜਿਹੀ ਹੋਰ ਕਰ ਲਈਏ ਵੀ ਗੁਰਦੁਆਰੇ ਇੱਕ ਕਿਰਤੀ, ਮਿਹਨਤੀ ਤੇ ਸਮਰਪਿਤ ਲੋਕਾਂ ਦੇ ਲਈ ਅਸਲ ਵਿੱਚ ਕੇਂਦਰ ਹਨ। ਪਰ ਹੁਣ ਸਾਡੇ ਬਾਪੂ ਨੇ ਤਾਂ ਮਲਕ ਭਾਗੋ ਨੂੰ ਛੱਡ ਕੇ ਉਹਦੀ ਕਮਾਈ ਨੂੰ ਲਹੂ ਦੱਸ ਕੇ ਤੇ ਭਾਈ ਲਾਲੋ ਵਰਗੇ ਦੀ ਮਿਹਨਤੀ ਇੱਕ ਤਰਖਾਨ ਦੀ ਕਿਰਤ ਨੂੰ ਪ੍ਰਵਾਨ ਕੀਤਾ। ਪਰ ਸਾਡੇ ਅੱਜ ਗੁਰਦੁਆਰਿਆਂ ਦੇ ਉਸਾਰੀ ਦੇ ਲਈ ਬਲੈਕ ਮਾਰਕੀਟ ਗਏ, ਜਿਨ੍ਹਾਂ ਦੇ ਲੱਖਾਂ ਰੁਪਏ ਦੇਣੇ ਨੇ, ਅੱਜ ਉਹਨਾਂ ਨੂੰ ਅਸੀਂ ਰੈਗੂਲਾਈਜ਼ ਕਹਿੰਦੇ ਨੇ, ਜਿਵੇਂ ਸਰਕਾਰਾਂ ਰੈਗੂਲਾਈਜ਼ ਕਰ ਦਿੰਦੀਆਂ, ਅਸੀਂ ਉਹਨਾਂ ਨੂੰ ਰੈਗੂਲਾਈਜ਼, ਆਮਦਨ ਉਹਨਾਂ ਦੀ ਰੈਗੂਲਾਈਜ਼ ਕਰ ਦਿੰਦੇ ਹਾਂ। ਕਹਿਣ ਦਾ ਮਤਲਬ ਸਿਰਫ ਇੰਨਾ ਕੁ ਹੈ ਕਿ ਸਾਡੇ ਇਸ ਪ੍ਰਬੰਧ ਵਿੱਚ ਬਹੁਤ ਜ਼ਿਆਦਾ ਗਿਰਾਵਟ ਜਿਹੜੀ ਹੈ ਗੁਰਦੁਆਰੇ ਵਿੱਚ ਆ ਚੁੱਕੀ ਹੈ। ਦੂਜੇ ਲਫ਼ਜ਼ਾਂ 'ਚ ਕਹਿ ਸਕਦੇ ਹਾਂ ਕਿ ਇਹ ਪ੍ਰਬੰਧਕ ਨਾ ਤਾਂ ਗੁਰਮਤਿ ਦਾ ਪ੍ਰਚਾਰ ਕਰਨਾ ਚਾਹੁੰਦੇ ਨੇ ਤੇ ਨਾ ਹੀ ਇਸ ਮਸਲੇ ਨੂੰ ਸਮਝਦੇ ਹਨ। ਹਾਂ, ਇਹ ਕਿਹਾ ਵੀ ਕੌਮ ਨੂੰ ਹੋਰ ਜਲੀਲ ਕਰਨ ਦਾ ਕੰਮ ਜ਼ਰੂਰ ਇਹਨਾਂ ਨੇ ਆਪਣਾ ਠੇਕਾ ਜਿਹਾ ਚੁੱਕ ਲਿਆ, ਜਿਹੜੇ ਇਹੋ ਜਿਹੇ ਪ੍ਰਬੰਧਕ ਆ। ਫਿਰ ਹੋਰ ਗੱਲਾਂ, ਜਿਹੜਾ ਬਹੁਤੇ ਪ੍ਰਬੰਧਕ ਜਿਹੜੇ ਨੇ ਉਹ ਗੁਰੂ ਵਾਲੇ ਨਹੀਂ ਬਣੇ, ਆਪ ਖੰਡੇ ਬਾਟੇ ਦੀ ਪੋਲ ਵੀ ਨਹੀਂ ਲਈ। ਫਿਰ ਜਿਹੜਾ ਬੁਲਾਰਾ ਆਏਗਾ ਉਹਦੇ ਕੰਨ 'ਚ ਪਹਿਲਾਂ ਫੂਕ ਮਾਰਨਗੇ ਵੀ ਤੁਸੀਂ ਇੱਥੇ ਅੰਮ੍ਰਿਤ ਵਾਲੇ ਕੋਈ ਗੱਲ ਨਾ ਕਰੋ ਜਾਂ ਅੰਮ੍ਰਿਤ ਬਾਰੇ ਕੋਈ ਗੱਲ ਨਾ ਕਰਿਓ, ਕਿਉਂਕਿ ਸਾਡੇ ਤਾਂ ਇਸ ਗੁਰਦੁਆਰੇ 'ਚ ਬੇਅਮਰਤਗੀ ਸਾਰੇ ਹਨ। ਇਹੋ ਜਿਹੀਆਂ ਪਾਬੰਦੀਆਂ ਪਹਿਲਾਂ ਹੀ ਲਾ ਦਿੰਦੇ, ਸ਼ਰਾਬ ਬਾਰੇ ਕੋਈ ਗੱਲ ਨਹੀਂ ਕਰਦੇ ਕਿਉਂਕਿ ਇੱਥੇ ਸਾਰੇ ਸ਼ਰਾਬੀ ਹਨ। ਤਾਂ ਕਈ ਤਾਂ ਇਹੋ ਜਿਹੇ ਹਨ ਜਿਹੜੇ ਇਸ ਪ੍ਰਬੰਧਕੀ ਸ਼੍ਰੇਣੀ ਦੇ ਵਿੱਚੋਂ ਆ ਕੇ ਗੁਰਦੁਆਰਿਆਂ ਨੂੰ ਧਰਮ ਪ੍ਰਚਾਰ ਦੀ ਥਾਂ ਤੇ ਆਪਣੇ ਪ੍ਰਚਾਰ ਦਾ ਕੇਂਦਰ ਬਣਾ ਲੈਂਦੇ ਨੇ। ਮੈਂ ਸਿਰਫ ਇੱਕ ਉਦਾਹਰਨ ਜੀ ਤੁਹਾਡੇ ਸਾਹਮਣੇ ਰੱਖ ਰਿਹਾ ਤੇ ਇਹ ਜੋ ਹਾਲਾਤ ਹੈ ਸਾਰੀ, ਉਹ ਸਾਨੂੰ ਸਾਰਿਆਂ ਨੂੰ ਪਤਾ ਹੈ। ਹਾਥੀਆਂ ਦਾ ਇੱਕ ਵਪਾਰੀ ਇੱਕ ਵਾਰੀ ਧੂਬੀਆਂ ਦੇ ਘੁਮਿਆਰਾਂ ਦੇ ਪਿੰਡਾਂ 'ਚ ਜਾ ਪਹੁੰਚਿਆ। ਹਾਥੀਆਂ ਦਾ ਵਪਾਰੀ ਧੂਬੀਆਂ ਦੇ ਘੁਮਿਆਰਾਂ ਨਾਲ ਸੰਬੰਧਿਤ ਜਾਨਵਰ ਖੋਤਾ ਹੁੰਦਾ, ਉਹ ਹਾਥੀਆਂ ਨੂੰ ਦੇਖ ਕੇ ਬੜੇ ਪ੍ਰਭਾਵਿਤ ਹੋਏ ਤੇ ਹਾਥੀਆਂ ਦੀ ਕੀਮਤ, ਖੁਰਾਕ ਤੇ ਪਾਲਣ ਸੰਬੰਧੀ ਵੇਰਵਾ ਲੈਣ ਲੱਗ ਪਏ। ਸਭ ਜਾਣਕਾਰੀ ਲੈਣ ਤੋਂ ਬਾਅਦ ਜਦ ਉਹਨਾਂ ਨੇ ਆਪਣੇ ਮਨ ਭਾਉਂਦੇ ਆਦਰਸ਼ਕ ਜਾਨਵਰ ਖੋਤੇ ਨਾਲ ਹਾਥੀ ਦੀ ਤੁਲਨਾ ਕੀਤੀ ਤਾਂ ਸਭ ਧੋਬੀ ਤੇ ਘੁਮਿਆਰ ਇੱਕ ਜਵਾਨ ਹੋ ਕੇ ਬੋਲੇ, ਹਾਥੀ ਬੇਕਾਰ ਜਾਨਵਰ ਹੈ, ਇਹਦੇ ਮੁਕਾਬਲੇ ਖੋਤਾ ਬਹੁਤ ਬਿਹਤਰ ਹੈ। ਤਾਂ ਅਜਿਹੇ ਮੌਕੇ ਤੇ ਸ਼ਾਇਰ ਨੇ ਹਾਥੀਆਂ ਦੇ ਵਪਾਰੀ ਨੂੰ ਬੜਾ ਅਰਥਪੂਰਨ ਜਿਹਾ ਮਸ਼ਵਰਾ ਦਿੱਤਾ, ਚਲਿਆ ਜਾ ਜਹਾਂ ਸੇ ਹਾਥੀਓਂ ਕੇ व्यापार, ਨਾ ਜਾਣੇ ਇਸ ਪੁਰ ਬਸੇ ਧੋਬੀ ਔਰ ਘੁਮਿਆਰ। ਧੋਬੀ ਤੇ ਘੁਮਿਆਰ ਹਾਥੀ ਦੀ ਕਦਰ ਕਿਵੇਂ ਪਾਉਣਗੇ? ਬੰਦਰ ਗਦਰ ਦੇ ਗੁਣ ਤੋਂ ਕਿਵੇਂ ਜਾਣੂ ਹੋ ਸਕਦਾ ਹੈ? ਬਿਲਕੁਲ ਇਸੇ ਤਰ੍ਹਾਂ ਹੀ ਇਹ ਪ੍ਰਬੰਧਕ ਜਾਂ ਇਹ ਅਧਿਕਾਰੀ ਯੋਗ ਪੱਧਰ ਦੇ ਪ੍ਰਚਾਰਕ ਆਪਣੇ ਗੁਰਦੁਆਰਿਆਂ ਵਿੱਚ ਨਾ ਰੱਖਣਗੇ, ਨਾ ਹੀ ਉਹਨਾਂ ਦੀ ਕਦਰ ਕਰਨਗੇ ਤੇ ਨਾ ਹੀ ਉਹਨਾਂ ਨੂੰ ਅੱਗੇ ਇਹ ਕਦੀ ਧਰਮ ਪ੍ਰਚਾਰ ਦਾ ਮੌਕਾ ਦੇਣਗੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਧਰਮ ਪ੍ਰਚਾਰ ਦੀ ਵੈਲਿਊ ਕੀ ਹੈ। ਉਹ ਤਾਂ ਹਾਥੀ ਦੇ ਖੋਤੇ ਦਾ ਭੇਦ ਹੀ ਨਹੀਂ ਪਤਾ। ਨਤੀਜਾ ਬੜਾ ਇਹਦਾ ਡਰ ਵਾਲਾ, ਜਿਹੜਾ ਖੌਫਨਾਕ ਨਿਕਲਿਆ। ਅੱਜ ਸਿੱਖੀ ਦੇ ਭਵਿੱਖ ਦੇ ਲਈ ਤੌਖਲੇ ਖੜੇ ਹੋ ਗਏ। ਹਰ ਪੰਥ ਦਰਦੀ ਬੇਬਸੀ ਦੀ ਮੂਰਤ ਬਣ ਕੇ ਕੇਵਲ ਚਿੰਤਾ ਤੱਕ ਹੀ ਸੀਮਿਤ ਹੋ ਗਿਆ।
ਪ੍ਰਬੰਧਕ ਤੇ ਪ੍ਰਚਾਰਕ ਰਲ ਕੇ ਆਪਣੇ ਮਿਲਵੇਂ ਯਤਨਾਂ ਨਾਲ ਗੁਰਦੁਆਰਿਆਂ ਦਾ ਮਾਹੌਲ ਜਿਹੜਾ ਹੈ ਉਹਨਾਂ ਨੇ ਅੱਜ ਖਰਾਬ ਕੀਤਾ ਹੋਇਆ। ਸਿੱਖੀ ਪ੍ਰਚਾਰ ਦੀ ਗੁੰਜਾਇਸ਼ ਲਗਭਗ ਜੇ ਖਤਮ ਨਹੀਂ ਤਾਂ ਘੱਟੋ ਘੱਟ ਮਿਨੀਮਾਈਜ਼ ਤਾਂ ਜ਼ਰੂਰ ਕਰ ਦਿੱਤੀ ਹੈ। ਜ਼ਿਆਦਾਤਰ ਚੀਜ਼ਾਂ ਸਿੱਖੀ ਦਾ ਲਿਬਾਸ ਪਹਿਨ ਕੇ ਪੇਸ਼ ਕੀਤੀਆਂ ਜਾ ਰਹੀਆਂ ਨੇ, ਪ੍ਰਚਾਰੀਆਂ ਜਾ ਰਹੀਆਂ ਨੇ, ਪਰ ਹੁੰਦੀਆਂ ਸਿੱਖੀ ਦੇ ਵਿਰੁੱਧ ਹਨ, ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਹੈ। ਸੰਗਤਾਂ ਵੱਲੋਂ ਧਰਮ ਪ੍ਰਚਾਰ ਲਈ ਦਿੱਤੀ ਮਾਇਆ ਅਸਲ ਵਿੱਚ ਅਣਜਾਣੇ ਵਿੱਚ ਹੀ ਸਿੱਖੀ ਦੇ ਵਿਰੁੱਧ, ਜਾਣੇ ਜਾਣੇ ਵਿੱਚ ਸਿੱਖੀ ਦੇ ਵਿਰੁੱਧ ਹੀ ਖਰਚੀ ਜਾ ਰਹੀ ਹੈ। ਹੁਣ ਇਸ ਗਿਰਾਵਟਾਂ ਨੂੰ ਠੱਲ ਪਾਉਣ ਦਾ ਯਤਨ ਸਾਨੂੰ ਕਰਨਾ ਪਏਗਾ। ਗਿਰਾਵਟਾਂ ਦਾ ਹੱਲ ਪ੍ਰਬੰਧਕੀ ਢਾਂਚੇ ਦਾ ਵਿਗਾੜ ਆ ਗਿਆ। ਜਿਵੇਂ ਜਿਵੇਂ ਪ੍ਰਬੰਧਕੀ ਢਾਂਚਾ ਵੋਟਾਂ ਦੀ ਰਾਜਨੀਤੀ ਦੇ ਵਿੱਚ ਫਸਿਆ ਰਹੇਗਾ, ਉਨੀ ਦੇਰ ਤੱਕ ਇਹਦੇ ਵਿੱਚ ਸੁਧਾਰ ਕਰਨਾ ਔਖੀ ਜੀ ਬਾਤ ਹੈ। ਇਲੈਕਸ਼ਨ ਸਿਸਟਮ ਦੀ ਥਾਂ ਤੇ ਸਾਨੂੰ ਸਿਲੈਕਸ਼ਨ ਸਿਸਟਮ ਵਾਲੇ ਪਾਸੇ ਨੂੰ ਤੁਰਨਾ ਪਏਗਾ। ਜਦ ਤੱਕ ਅਸੀਂ ਸਿਲੈਕਸ਼ਨ ਸਿਸਟਮ ਵਾਲੇ ਪਾਸੇ ਪੰਚ ਪ੍ਰਧਾਨ ਪ੍ਰਣਾਲੀ ਨੂੰ ਦੁਬਾਰਾ ਜਨਮ ਨਹੀਂ ਦਿੰਦੇ, ਉਨੀ ਦੇਰ ਤੱਕ ਅਸੀਂ ਗੁਰਦੁਆਰਿਆਂ ਨੂੰ ਸਿੱਖੀ ਪ੍ਰਚਾਰ ਦੇ ਕੇਂਦਰਾਂ ਤੱਕ ਸਥਾਪਿਤ ਨਹੀਂ ਕਰ ਸਕਦੇ। ਉਹ ਗੁਰਦੁਆਰੇ ਭਾਵੇਂ ਦੇਸ਼ਾਂ ਦੇ ਹਨ, ਭਾਵੇਂ ਵਿਦੇਸ਼ਾਂ ਦੇ ਹਨ, ਭਾਵੇਂ ਭਾਰਤ ਦੇ ਹਨ, ਭਾਵੇਂ ਭਾਰਤ ਤੋਂ ਬਾਹਰ ਦੇ ਹਨ, ਇਹ ਰੌਲਾ ਹਰ ਥਾਂ ਦੇ ਉੱਤੇ ਹੀ ਹੈ। ਤੇ ਜਿੱਥੇ ਹਰ ਥਾਂ ਤੇ ਰੌਲਾ ਪੈ ਗਿਆ, ਉੱਥੇ ਇਹਦੇ ਪ੍ਰਚਾਰ ਦਾ ਕੇਂਦਰ ਅਸੀਂ ਕਿਵੇਂ ਬਣਾ ਸਕਦੇ ਹਾਂ। ਮੇਰੀ ਬੇਨਤੀ ਹੈ, ਸਾਨੂੰ ਯਤਨ ਆਰੰਭ ਕਰਨੇ ਚਾਹੀਦੇ ਹਨ। ਆਪਣੇ ਨੌਜਵਾਨਾਂ ਨਾਲ, ਆਪਣੇ ਬੱਚਿਆਂ ਦੇ ਨਾਲ ਇਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਕੁਝ ਐਸੇ ਸਾਧਨ, ਐਸੇ ਉਪਰਾਲੇ ਕਰੀਏ ਕਿ ਕਮ ਸੇ ਕਮ ਇੱਕ ਗੁਰਦੁਆਰਾ ਤੇ ਛੋਟੇ ਗੁਰਦੁਆਰੇ ਤੋਂ ਸ਼ੁਰੂ ਕਰਕੇ ਅਸੀਂ ਇਸ ਮੁਹਿੰਮ ਨੂੰ ਅੱਗੇ ਨੂੰ ਤੋਰੀਏ ਤੇ ਪ੍ਰਬੰਧ ਨੂੰ ਗੁਰਮਤ ਅਸੂਲਾਂ ਮੁਤਾਬਕ ਚਲਾਈਏ। ਅੱਜ ਜੋ ਗੁਰਦੁਆਰੇ ਸਾਡੇ ਜਿਸ ਕੰਮ ਲਈ ਹਨ, ਭਗਤੀ ਸ਼ਕਤੀ ਦੇ ਸੋਮੇ, ਉਹ ਸਾਡੇ ਜਿਹੜੇ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਪਿਛਲੀ ਕਲਾਸ ਦੇ ਵਿੱਚ ਕਿ ਗੁਰਦੁਆਰਿਆਂ ਦਾ ਆਦਰਸ਼ ਕੀ ਹੈ, ਉਸ ਆਦਰਸ਼ ਨੂੰ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ ਜੇ ਅਸੀਂ ਆਪ ਇਹਨਾਂ ਵੱਲ ਉਦਮ ਕਰਾਂਗੇ। ਮੈਨੂੰ ਉਹ ਗੱਲ ਅੱਜ ਫਿਰ ਦੁਬਾਰਾ ਦੁਹਰਾ ਰਿਹਾ। ਮਾਸਟਰ ਤਾਰਾ ਸਿੰਘ ਜੀ ਦੇ ਭਰਾਤਾ ਸਾਡੇ ਪ੍ਰਿੰਸੀਪਲ ਨਰਿੰਜਨ ਸਿੰਘ ਜੀ ਨੇ ਗੱਲ ਲਿਖੀ ਹੈ ਕਿ ਮਾਸਟਰ ਜੀ, ਅੱਜ ਤੁਸੀਂ ਮਹੰਤਾਂ ਤੋਂ, ਇਹਨਾਂ ਮਹੰਤਾਂ ਤੋਂ ਤਾਂ ਗੁਰਦੁਆਰੇ ਆਜ਼ਾਦ ਕਰਾ ਲਏ, ਪਰ ਜਿਹੜੇ ਮਹੰਤਾਂ ਨੂੰ ਹੁਣ ਚੋਣ ਸਿਸਟਮ ਰਾਹੀਂ ਤੁਸੀਂ ਇੱਥੇ ਲਿਆਉਣ ਲੱਗੇ ਹੋ, ਇਹਨਾਂ ਤੋਂ ਗੁਰਦੁਆਰੇ ਖਾਲੀ ਕਰਾਉਣੇ, ਆਜ਼ਾਦ ਕਰਾਉਣੇ ਬਹੁਤ ਔਖੇ ਹੋਣਗੇ। ਕੁਝ ਇਹੋ ਜਿਹੀ ਭਾਵਨਾ ਹੀ ਸਾਡੀ ਕੌਮ ਨਾਲ ਵਾਪਰਿਆ ਹੈ। ਇਹੋ ਹੀ ਕਾਰਨ ਹੈ ਕਿ ਸਾਡੀਆਂ ਮੁੱਖ ਸੰਸਥਾਵਾਂ, ਜਿਨ੍ਹਾਂ ਨੂੰ ਅਸੀਂ ਬੜੇ ਖੂਨ ਦੇ ਨਾਲ, ਆਪਣੇ ਖੂਨ ਦੇ ਨਾਲ ਜਨਮ ਦਿੱਤਾ, ਜਿਹੜੀਆਂ ਸਾਡੇ ਖੂਨ ਦੇ ਸ਼ਹੀਦਾਂ ਦੇ ਖੂਨ ਵਿੱਚੋਂ ਪੈਦਾ ਹੋਈਆਂ, ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਜਿਨ੍ਹਾਂ ਨੂੰ ਸਿੰਜਿਆ ਸਾਡੇ ਬਜ਼ੁਰਗਾਂ ਨੇ ਆਪਣੇ ਹੱਡੀਆਂ ਤੇ ਗੋਡੀਆਂ ਤੜਵਾ ਕੇ, ਆਪਣੇ ਸਿਰਪਿੰਡੇ ਤੇ ਡਾਂਗਾ ਸਹਿ ਕੇ, ਅੱਜ ਉਹ ਵੀ ਉਸ ਕਾਰਜ ਨੂੰ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਰਹੀਆਂ। ਕਾਰਨ ਇਲੈਕਸ਼ਨ ਸਿਸਟਮ, ਚੌਧਰ ਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਨਾ ਹੋਣਾ ਹੈ। ਤਾਂ ਲੋੜ ਹੈ ਗੁਰਮਤਿ ਸਿਧਾਂਤਾਂ ਦੇ ਨਾਲ ਆਪਣੇ ਪ੍ਰਪੱਕ ਜਿਹੜੇ ਸੱਜਣ ਹਨ, ਉਹ ਥੋੜਾ ਬਹੁਤਾ ਸਮਾਂ ਕੱਢਣ, ਜਿੱਥੇ ਧਰਮ ਪ੍ਰਚਾਰ ਦੇ ਵੱਲ ਨਿਕਲਣ, ਉੱਥੇ ਇਹਨਾਂ ਪ੍ਰਬੰਧ ਵਿੱਚ ਵੀ ਸੁਧਾਰ ਦੇ ਲਈ ਆਪਣਾ ਯੋਗਦਾਨ ਪਾਉਣ। ਹੋਈਆਂ ਭੁੱਲਾਂ ਦੀ ਖਿਮਾ ਜੀ, ਪਿਆਰ ਸਹਿਤ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।